ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਹੁਤ ਪ੍ਰਸੰਨ ਨੇ। ਜਿਵੇਂ ਕਿਸੇ ਨੂੰ ਆਪਾਂ ਬਹੁਤ ਪਿਆਰ ਕਰਦੇ ਹੋਈਏ ਨਾ, ਤਾਂ ਮਨ ਦੇ ਅੰਦਰ ਹੁੰਦਾ ਹੈ ਵੀ ਇਹ ਰਿਸ਼ਤੇਦਾਰ ਆਇਆ ਤੇ ਹੁਣ ਜਾਵੇ ਨਾ, 2 ਘੰਟੇ ਹੋਰ ਰਵੇ, 4 ਘੰਟੇ ਹੋਰ ਰਵੇ। ਆਪਾਂ ਪਹਿਲਾਂ ਆਉਂਦਿਆਂ ਨੂੰ ਵੀ ਚਾਹ ਪਿਲਾਈ ਦੀ ਹੈ, ਫਿਰ ਪ੍ਰਸ਼ਾਦਾ ਛਕਾਈਦਾ, ਫਿਰ ਜਾਣ ਲੱਗਿਆਂ ਫਿਰ ਕਹੀਦਾ ਵੀ ਚਾਹ ਦੁੱਧ ਬਣਦੀ, ਪਹਿਲਾਂ ਚਾਹ ਹੋਰ ਪੀਏ ਚਾਹ। ਉਹਦਾ ਭਾਵ ਪਤਾ ਕੀ ਹੁੰਦਾ ਵੀ ਹੋਰ ਵਕਤ ਬਹਿ ਜਾ। ਇਹ ਰਿਸ਼ਤੇਦਾਰ ਨੂੰ ਹੋਰ ਸਮਾਂ ਆਪਣੇ ਘਰ ਵਿੱਚ ਬਿਠਾਈਏ, ਜਿਹਦੇ ਨਾਲ ਪਿਆਰ ਹੋਵੇ ਉਹਨੂੰ ਜਿੱਦ ਕਰਕੇ ਵੀ ਘਰ ਵਿੱਚ ਰੱਖ ਲਈਦਾ। ਸਾਧ ਸੰਗਤ ਐ ਮਹਿਸੂਸ ਕਰਿਓ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਆਪਾਂ ਨੂੰ ਪਿਆਰ ਕਰਦੇ ਨੇ, ਇਸੇ ਲਈ ਪਾਤਸ਼ਾਹ ਨੇ ਬੰਨ ਕੇ ਬਿਠਾ ਲਿਆ ਵੀ ਮੀਂਹ ਭਾਈ ਜੋ ਇਹ ਬੈਠੇ ਰਹਿਣ, ਹੁਣ ਬਾਹਰ ਜਾਓਗੇ ਤਾਂ ਭਿੱਜੋਗੇ ਚੰਗੀ ਤਰ੍ਹਾਂ। ਇਸ ਲਈ ਗੁਰੂ ਪਿਆਰ ਕਰਦਾ ਹੈ, ਪਾਤਸ਼ਾਹ ਹੋਰ ਬਿਠਾਉਣਾ ਚਾਹੁੰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ, ਕਹਿੰਦੇ ਭਾਈ ਧੋਬੀ ਦਾ ਕੱਪੜੇ ਨਾਲ ਬੈਰ ਥੋੜੀ ਹੈ ਕੋਈ। ਉਹ ਸਾਬਣ ਲਾ ਕੇ ਸਰਫ ਲਾ ਕੇ ਉਹਨੂੰ ਪੱਥਰ ਤੇ ਮਾਰਦਾ, ਥੱਪੜੀ ਨਾਲ ਕੁੱਟਦਾ, ਉਹਦਾ ਕੱਪੜੇ ਨਾਲ ਵੈਰ ਨਹੀਂ ਹੈ ਕੋਈ। ਉਹ ਇਸੇ ਵਾਸਤੇ ਕੱਪੜੇ ਨੂੰ ਚੋਟ ਦਿੰਦਾ ਹੈ, ਕਿਉਂ ਭਾਈ ਕੱਪੜੇ ਵਿੱਚੋਂ ਮੈਲ ਨਿਕਲ ਜਾਏ, ਉਹ ਦੁਬਾਰਾ ਪਹਿਨਣ ਦੇ ਯੋਗ ਹੋ ਜਾਏ। ਸੁਨਿਆਰ ਦਾ ਸੋਨੇ ਨਾਲ ਵੈਰ ਨਹੀਂ ਹੈ ਕੋਈ। ਉਹ ਕੋਠਾਲੀ ਵਿੱਚ ਪਾ ਕੇ ਸਪਿਰਟ ਦੀ ਅੱਗ ਦਿੰਦਾ, ਤੁਹਾਡੇ ਸਾਹਮਣੇ ਉਹ ਸੋਨੇ ਨੂੰ ਇੱਕ ਵਾਰ ਕਾਲਾ ਕਰ ਦਿੰਦਾ, ਸਾੜਨ ਲੱਗ ਪੈਂਦਾ। ਉਹਨੂੰ ਪੁੱਛੋ ਸੋਨਾ ਕਿਉਂ ਸਾੜ ਰਹੇ ਹੈ, ਇਹਨੂੰ ਸੇਕ ਤੇ ਕਿਉਂ ਰੱਖਿਆ? ਤਾਂ ਸੁਨਿਆਰ ਦਾ ਵੈਰ ਨਹੀਂ ਹੈ ਕੋਈ। ਉਹ ਅੱਗ ਉੱਤੇ ਇਸ ਵਾਸਤੇ ਰੱਖਦਾ ਭਾਈ ਸੋਨਾ ਸ਼ੁੱਧ ਹੋ ਜਾਏ, ਉਹਦਾ ਕੈਰਟ ਵੱਧ ਜਾਏ। ਜਿਸ ਸੋਨੇ ਦਾ ਕੈਰਟ ਵੱਧ ਜਾਂਦਾ ਉਹਦੀ ਕੀਮਤ ਵੀ ਵੱਧ ਜਾਂਦੀ। ਇਦਾਂ ਸਾਧ ਸੰਗਤ ਗੁਰੂ ਸਾਨੂੰ ਪਿਆਰ ਕਰਦਾ ਹੈ। ਜਿਹੜੇ ਸਿੱਖ ਨੂੰ ਪਿਆਰ ਕਰੇ ਉਹਨੂੰ ਪਾਤਸ਼ਾਹ ਕਿਸੇ ਨਾ ਕਿਸੇ ਬਹਾਨੇ ਵੱਧ ਤੋਂ ਵੱਧ ਬਿਠਾਉਂਦੇ ਨੇ। ਆਓ ਤੁਸੀਂ ਗੁਰੂ ਦੇ ਪਿਆਰ ਦੇ ਪਾਤਰ ਹੋ, ਇੱਕ ਵਾਰ ਪਾਤਸ਼ਾਹ ਦੇ ਚਰਨਾਂ ਵਿੱਚ ਜੁੜੀਏ। ਸਤਿਗੁਰ ਸੱਚੇ ਪਾਤਸ਼ਾਹ ਜੀਆਂ ਦਾ ਅੱਜ ਤੁਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਔਰ ਸਮੁੱਚਾ ਸਿੱਖ ਪੰਥ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਗੁਰਗੱਦੀ ਪੁਰਬ ਵੀ ਮਨਾ ਰਿਹਾ ਹੈ। ਸਾਧ ਸੰਗਤ ਮੇਰਾ ਵਿਸ਼ਵਾਸ ਹੈ, ਬਹੁਤ ਪਿਆਰ ਵਾਲੇ ਮਹਾਂਪੁਰਸ਼ ਕਹਿੰਦੇ ਸਨ, ਭਾਈ ਕਿਸੇ ਦੇ ਘਰ ਵਿੱਚ ਬੱਚੇ ਦਾ ਜਨਮ ਦਿਨ ਹੋਵੇ ਨਾ, ਆਪਾਂ ਜਾਂਦਿਆਂ ਕੀ ਕਰੀਦਾ? ਵਧਾਈ ਦੇਈਦੀ ਹੈ। ਕਿਸੇ ਦੇ ਘਰ ਵਿੱਚ ਬੱਚੇ ਦਾ ਜਨਮ ਦਿਨ ਹੈ, ਤੁਸੀਂ ਜਾਂਦਿਆਂ ਵਧਾਈ ਦਿੰਦੇ ਹੋ ਵੀ ਬਹੁਤ ਮੁਬਾਰਕਾਂ ਜੀ, ਬਹੁਤ ਵਧਾਈਆਂ ਤੁਹਾਨੂੰ, ਬੱਚੇ ਦਾ ਜਨਮ ਦਿਨ ਹੈ, ਹੈਪੀ ਬਰਥਡੇ ਕਹਿੰਦੇ ਹੋ, ਉਹਨੂੰ ਤੁਸੀਂ ਵਧਾਈ ਦਿੰਦੇ ਹੋ। ਅੱਗਿਓਂ ਫਿਰ ਜਿਹਨੂੰ ਵਧਾਈ ਦੇਈਦੀ ਉਹ ਵੀ ਤੁਹਾਨੂੰ ਖਾਣ ਵਾਸਤੇ ਕੋਈ ਨਾ ਕੋਈ ਮਠਿਆਈ ਦਿੰਦਾ, ਮਿੱਠਾ ਦਿੰਦਾ। ਹੁਣ ਕੇਕ ਦਾ ਸਿਸਟਮ ਚੱਲ ਪਿਆ, ਜੇ ਤੁਸੀਂ ਜਾ ਕੇ ਵਧਾਈ ਦਿੰਦੇ ਹੋ ਉਹ ਵੀ ਅੱਗਿਓਂ ਕੁਝ ਖਾਣ ਨੂੰ ਮਿੱਠਾ ਦਿੰਦਾ। ਅਦਬ ਸਤਿਕਾਰ ਹੁੰਦਾ। ਦੀਨ ਦੁਨੀ ਦੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸ੍ਰੀ ਗੁਰੂ ਅਮਰਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ, ਤੁਸੀਂ ਗੁਰੂ ਨੂੰ ਦਿਲੋਂ ਵਧਾਈ ਦਿਓ। ਮੇਰਾ ਵਿਸ਼ਵਾਸ ਹੈ ਜਿਹਦੇ ਘਰ ਵਿੱਚ ਅੱਜ ਤੱਕ ਵਧਾਈ ਨਹੀਂ ਹੋਈ ਉਹਦੇ ਘਰ 'ਚ ਵਧਾਈ ਹੋ ਜਾਏਗੀ। ਆਪਾਂ ਗੁਰੂ ਨੂੰ ਦਿਲੋਂ ਵਧਾਈ ਦਈਏ ਪਾਤਸ਼ਾਹ, ਐਵੇਂ ਬਾਹਰੋਂ ਲੰਗਰ ਵਾਸਤੇ ਨਹੀਂ। ਗੁਰੂ ਨੂੰ ਚਿੱਤ ਜੋੜ ਕੇ ਵਧਾਈਆਂ ਦਈਏ, ਪਾਤਸ਼ਾਹ ਤੁਹਾਡਾ ਪ੍ਰਕਾਸ਼ ਪੁਰਬ ਹੈ, ਤੁਸੀਂ ਸਾਨੂੰ ਕਿਰਪਾ ਕਰਕੇ ਬੁਲਾਇਆ। ਸਾਧ ਸੰਗਤ ਗੁਰੂ ਨੂੰ ਚਿੱਤ ਜੋੜ ਕੇ ਗੁਰਸਿੱਖਾਂ ਨੂੰ ਗੁਰੂ ਰੂਪ ਵਿੱਚ ਵਧਾਈ ਦਈਏ। ਇਹ ਸੱਚ ਹੈ, ਜਿਹਦੇ ਘਰ ਵਿੱਚ ਅੱਜ ਤੱਕ ਵਧਾਈ ਨਹੀਂ ਹੋਈ ਉਹਦੇ ਘਰ 'ਚ ਵਧਾਈ ਹੋ ਜਾਏਗੀ। ਆਓ ਚਿੱਤ ਜੋੜ ਕੇ ਪਿਆਰ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਗੁਰਸਿੱਖਾਂ ਨੂੰ ਵਧਾਈ ਦਈਏ। ਸਾਰੇ ਮਿਲ ਕੇ ਚਿੱਤ ਜੋੜ ਕੇ ਕਹੋ, ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਮਨ ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਮਨ ਵਧਾਈਆਂ, ਗੁਰਸਿੱਖਾਂ ਮਨ ਗੁਰਸਿੱਖਾਂ ਮਨ ਵਧਾਈਆਂ,
ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੇ, ਗੁਰ ਸਿੱਖਾਂ ਗੱਜ ਕੇ ਗੁਰ ਸਿੱਖਾਂ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਗੁਰ ਸਿੱਖਾਂ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰ, ਧੰਨ ਸ੍ਰੀ ਗੁਰੂ, ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ, ਵਾਹ ਵਾਹ, ਧੰਨ ਸ੍ਰੀ ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ, ਤੇਰੀ ਉਪਮਾ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ, ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਸ੍ਰੀ ਗੁਰੂ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਸਿੱਖਾਂ ਮਨ ਵਧਾਈਆਂ, ਗੁਰ ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਗੁਰੂ ਅਮਰਦਾਸ ਮਹਾਰਾਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ, ਨੇ ਆਸਰਿਆਂ ਦੇ ਆਸਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭੱਟ ਸਾਹਿਬਾਨਾਂ ਲਿਖਿਆ, ਹੇ ਗੁਰੂ ਅਮਰਦਾਸ ਮਹਾਰਾਜ, ਜੇ ਕੋਈ ਤੁਹਾਨੂੰ ਚਿੱਤ ਕਰਕੇ ਪਰਸ ਲੈ, ਚਿੱਤ ਵਿੱਚ ਧਿਆਨ ਧਰ ਕੇ ਕੋਈ ਕਵੇ ਧੰਨ ਗੁਰੂ ਅਮਰਦਾਸ ਜੀ, ਆਖੋ ਧੰਨ ਗੁਰੂ। ਆਪਾਂ ਕਿੰਨੀ ਵਾਰ ਹੁਣ ਕਿਹਾ, ਇਹਦੇ ਬਦਲੇ ਵਿੱਚ ਤੁਹਾਨੂੰ ਮਿਲੇਗਾ ਕੀ ਆਪਾਂ ਵੈਸੇ ਹੀ ਗਾਇਆ ਧੰਨ ਗੁਰੂ ਅਮਰਦਾਸ? ਏਦਾਂ ਕਹਿਣ ਨਾਲ ਕੋਈ ਲਾਭ ਹੋਣਾ ਆਪਾਂ ਨੂੰ? ਭੱਟ ਸਾਹਿਬਾਨਾਂ ਕਿਹਾ, ਹੇ ਗੁਰੂ ਅਮਰਦਾਸ ਮਹਾਰਾਜ, ਜੇ ਕੋਈ ਤੁਹਾਨੂੰ ਪਰਸ ਲੈ, ਤੁਹਾਨੂੰ ਸਿਮਰ ਲਵੇ, ਪਾਤਸ਼ਾਹ ਧਰਤੀ ਦੇ ਉੱਤੇ ਜਿੰਨੇ ਪਾਪ ਨੇ ਉਹ ਸਾਰੇ ਪਾਪਾਂ ਨਾਲ ਕੋਈ ਬੰਦਾ ਭਰਿਆ ਹੋਵੇ, ਜੇ ਕੋਈ ਗੁਰੂ ਅਮਰਦਾਸ ਮਹਾਰਾਜ ਨੂੰ ਸਿਮਰ ਲੈ, ਸਾਰੇ ਪਾਪਾਂ ਤੋਂ ਮੁਕਤ ਹੋ ਜਾਂਦਾ। ਇਹ ਲਿਖ ਕੇ ਦਿੱਤਾ ਹੋਇਆ, ਲਿਖ ਕੇ ਪਾਤਸ਼ਾਹ ਨੇ। ਭੱਟ ਸਾਹਿਬਾਨ ਕਹਿੰਦੇ, ਗੁਰੂ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਭਾਈ, ਜੇ ਕੋਈ ਗੁਰੂ ਅਮਰਦਾਸ ਮਹਾਰਾਜ ਨੂੰ ਪਰਸੇ, ਉਹਦੀ ਅਵਸਥਾ ਸਿੱਧਾਂ ਵਾਲੀ ਹੋ ਜਾਂਦੀ ਹੈ। ਤਾਈਓ ਵੱਡੇ ਵੱਡੇ ਨਾਥ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਝੁਕ ਗਏ। ਜਿਨ੍ਹਾਂ ਦੀ ਉਮਰ 150-150 ਸਾਲ ਸੀ, ਉਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਐਵੇਂ ਡੰਡੌਤ ਨਹੀਂ ਕਰਦੇ। ਜਿਨ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਝੁਕ ਕੇ ਨਮਸਕਾਰ ਕੀਤੀ, ਅੱਜ ਉਹਨਾਂ ਦੇ ਨਾਮ ਉੱਤੇ ਅਸਥਾਨ ਬਣਿਆ ਹੋਇਆ। ਇਸ ਧਰਤੀ ਉੱਤੇ ਨਾਮ ਦੀ ਸੁੱਭ ਹੈ।
ਧਨ ਦੌਲਤ ਪਦਾਰਥ ਮਾਇਆ ਰਿਧੀਆਂ ਸਿਧੀਆਂ ਦੀ ਨਹੀਂ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤੋਂ ਪੁੱਛਿਆ ਸਿੱਖਾਂ ਨੇ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਦੀ ਬੜੀ ਸੋਭਾ ਹੈ, ਬੰਦਗੀ ਦੀ ਸੋਭਾ ਹੈ, ਭਗਤੀ ਦੀ ਸੋਭਾ ਹੈ। ਮਹਾਰਾਜ ਜਿੱਥੇ ਤਾਂ ਮਾਇਆ ਵਾਲਿਆਂ ਦੀ ਬੜੀ ਸੋਭਾ ਹੈ, ਜਿਨ੍ਹਾਂ ਕੋਲ ਮਾਇਆ, ਜਿਨ੍ਹਾਂ ਕੋਲ ਪੈਸਾ ਹੈ, ਮਹਾਰਾਜ ਉਹਨਾਂ ਦੀ ਬੜੀ ਵਡਿਆਈ ਹੁੰਦੀ ਹੈ, ਉਹਨਾਂ ਦੀ ਸੋਭਾ ਬੜੀ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਵਾਬ ਦਿੱਤਾ, ਕਹਿੰਦੇ ਭਾਈ ਬਿਲਕੁਲ ਸੱਚ ਕਹਿੰਦੇ ਹੋ, ਮਾਇਆ ਦੀ ਸੋਭਾ ਹੈ। ਕੌਣ ਕਹਿੰਦਾ ਮਾਇਆ ਦੀ ਸੋਭਾ ਨਹੀਂ ਹੈ? ਮਾਇਆ ਵੀ ਤਾਂ ਪਰਮਾਤਮਾ ਨੇ ਪੈਦਾ ਕੀਤੀ ਹੈ, ਉਹਦੀ ਪੈਦਾ ਕੀਤੀ ਹੋਈ ਮਾਇਆ ਦੀ ਸੋਭਾ ਹੈ। ਜਿਨ੍ਹਾਂ ਬੰਦਿਆਂ ਕੋਲ ਪੈਸਾ, ਅਹੁਦਾ, ਰੁਤਬਾ, ਰਾਜ, ਭਾਗ ਹੈ, ਉਹਨਾਂ ਦੀ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ। ਪਰ ਪਾਤਸ਼ਾਹ ਨੇ ਕਿਹਾ ਭਾਈ ਫਰਕ ਬਹੁਤ ਵੱਡਾ ਹੈ। ਗੁਰਸਿੱਖ ਪੁੱਛਦੇ ਮਹਾਰਾਜ ਕੀ ਫਰਕ ਹੈ? ਕਹਿੰਦੇ ਭਾਈ ਮਾਇਆ ਦੀ ਸੋਭਾ 4 ਕੁ ਦਿਨਾਂ ਦੀ ਹੈ, ਤੇ ਜਿਹੜਾ ਨਾਮ ਜਪ ਲੈਂਦਾ ਉਹਦੀ ਸੋਭਾ ਇਸ ਧਰਤੀ ਉੱਤੇ ਸਦੀਆਂ ਤੱਕ ਰਹਿੰਦੀ ਹੈ, ਜੁਗਾਂ ਤੀਕਰ ਰਹਿੰਦੀ ਹੈ। ਨਾਮ ਦੀ ਸੋਭਾ ਜੁਗਾਂ ਤੀਕਰ ਹੈ, ਤੇ ਮਾਇਆ ਦੀ ਸੋਭਾ 4 ਕੁ ਦਿਨਾਂ ਦੀ ਹੈ। ਕਈ ਵਾਰ ਬੰਦੇ ਦੇ ਜਿਉਂਦਿਆਂ ਦੀ ਮੁੱਕ ਜਾਂਦੀ ਹੈ। ਹਜ਼ੂਰ ਨੇ ਬਚਨ ਕਹੇ, ਇਸ ਜੁਗ ਮੈਂ ਸੋਭਾ ਨਾਮ ਕੀ। ਪੜੋ, ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਪੜਿਓ। इस जुग में शोभा नाम की, बिन नावे शोभ न होए। ये माया की शोभा 4 दिहाड़े, जांदी बिलम न होए। भाई माया की शोभा 4 दिनों की है, अज है ते कल नहीं होएगी। तुसी अपनी जिंदगी च वेख लियो। मैं वो बंदे अपनी हयाती च वेखे ने जिन्हां बंदियां दी बहुत जय जयकार सी। तुसी हैरान होवोगे, उन्हां दी कोठियां विच 250-250 कुर्सी दलान विच पई हुंदी सी। सवेरे 10-10 नौकर रखे हुंदे सी। 22 पिंडां दीयां पंचायतां आउंदियां सी। सवेरे दिन चढ़न तो पहलां 6 वजे 22 पिंडां दीयां पंचायतां बैठियां हुंदियां सी। मिनिस्टर साहब दिल्ली तो चंडीगढ़ तो आए ने, मंत्री साडा आ काम है जी, सानू ग्रांट दे दिओ, सानू आ दे दिओ। 22 पिंडां दे लोग 250-250 कुर्सी भर जांदी सी। माफ करियो, अज शोभा कित्थे चली गई? कोठियां भी उत्थे ने, वो कुर्सियां खाली पईयां, मिट्टी जम गई। एक भी बंदा उन्हां दी कोठी विच नहीं ढुकदा। क्यों? जिउंदियां दी वडियाई खत्म हो गई। माया दी शोभा सी, 4 दिन रही है, खत्म हो गई। 7.5 अरब की जायदाद है एक बाबे की लुधियाने विच। 7.5 अरब की। जदों वो लुधियाने आउंदा सी, गुलाब के फुल्लां की बरखा करके उन्होंने दंडी स्वामी तक लैके जाते सी। गुरु जी आए है जी बंबे तो। बाकी देश में कितनी उहदी जायदाद है वो तो मैं दस नहीं सकता। कल्ले लुधियाने विच ही 7.5 अरब की जायदाद है। और उन्होंने जय जयकार करनी, फुल्लां दी बरखा करके लिया। गुरु जी आए है जी, बापू जी आए है, महात्मा जी आए ने। 1.5 लाख लोग मत्था टेकते रहे। अज वडियाई पता कित्थे चली गई? शरीर ते बुढ़ेपा आया होया है। ओदे सिर उत्ते कतल तो इलावा जबर जना दे कई केस ने। माफ करियो, अपना बुढ़ेपा जेल विच कट रहा। उन्होंने माफ करियो, वडियाई कित्थे चली गई? जिन्हों लोग बापू आसाराम कहंदे सी, जेल च बैठे। वडियाइयां मुक जांदियां भाई माया दी। वडियाई कादी रहिंदी है? नाम दी। जिस धरती ते तुसीं बैठे हो, ये साध संगत श्री गुरु अमरदास महाराज दे चरण पए ने। इस धरती ते बहन वालियां ने गुरु अमरदास महाराज नूं नमस्कार कीती है, जिन्हां ने गुरु दा हुक्म मन के बंदगी कीती। अज वो धरती उत्ते उन्हां दा नाम है। नत्थां दे डेरे करके इनू साध संगत तुसीं वो स्थान मनदे हो। इत्थे इनू तां गुरुद्वारा नथाणा साहब कहते। क्यों? गुरु जुड़ गया। जिथे गुरु आ जाए वो धरती नूं सभी मिल जाती है। मैं एक दिन दरबार साहब तो भी ये बेनती कही, तुहाडे तजर्बे च रहने, माया वड्डी नहीं है। कौन वड्डा? माया वड्याई। सो वड्डा जिन राम ले बुलाई। जिन्हें रब नाल जुड़े वो वड्डा है। माया वाले तो 4 दिन की शोभा है। ताइयों हुजूर कहंदे, इस जुग में शोभा नाम की, पढ़ो, बिन नावे शोभ ना होए। ए माया की शोभा 4 दिहाड़े, जांदी ही बिलम ना होए। 4 दिन रहिंदी है, फिर वडियाई मुक जाती है। माया की शोभा 4 दिनां दी है, नाम की शोभा जुगां तिकर रहिंदी है।
ਸਾਧ ਸੰਗਤ, मैं बेनती दरबार साहब तो भी कही, जिस मंजी साहब ते श्री गुरु ग्रंथ साहब महाराज जी का प्रकाश है, ये लोहे की हो सकती है, स्टील की बनी हो सकती है, लकड़ की हो सकती है। वध तो वध इसकी कितनी कीमत होनी है? वध तो वध 3 या 4 हज़ार रुपए की बनी है। श्री गुरु ग्रंथ साहब महाराज का प्रकाश हो गया है, ये मंजी साहब 3000 दी होवे, 4 दी होवे, गुरु ग्रंथ साहब महाराज नाल जुड़ गई है। गुरु नाल जुड़न करके इस मंजी नूं मंजी साहब कहीदा है, मंजी साहब कहीदा है। ते तुसीं अपने घरां 'च झात मारिओ, 50-50 हज़ार के बैड हो सकते हैं तुहाडे घर, 20-20 हज़ार के गद्दे हो सकते हैं। लोग कई महंगे महंगे 20-50 हज़ार रुपए के, लख रुपए के घर में बैड बनवाते हैं। माफ करियो, तुहाडे लख रुपए के बैड नूं भी कोई बैड साहब कह दे, मेरा नाम बता दिओ, उहनूं बैड साहब नहीं कहेंगे। क्यों? भाई उहदे नाल गुरु नहीं जुड़िया होया। जे मंजी नाल गुरु साहब जुड़िया है, ये मंजी साहब है। तुहाडे विचों कोई 5-10 हज़ार का कोट पैंट भी पा सकदा है। मैं अमीर लोगों च वेखिआ 50-50 हज़ार के 2-2 लख के लहंगे पाउंदे ने लोग विआहां ते। पर श्री गुरु ग्रंथ साहब महाराज जी ते जिहड़ा रुमाला दिता है, उसकी कीमत भावें 500 रुपया होवे, वो कपड़ा रुमाला साहब हो गया है। क्यों? उहदे नाल साहब जुड़ गया है। जेदा संबंध साहिब नाल हो गया है, वो कपड़ा रुमाला साहब हो गया है। जेड़ा मंजी लकड़ दी साहब नाल जुड़ गई है, वो मंजी साहब हो गई है। तुहाडे घर कोठियां बणियां ने, करोड़ 2-2 करोड़ दियां भी बणियां ने। मैं 10-10 करोड़ दियां कोठियां वेखियां, विचे स्विमिंग पूल बनया होया, विचे सब कोई लोकां महल बनाए भाई, 2-2 लख रुपए के गेट लगे हुए ने, शीशे बंद चमकते ने। पर तुहाडी कोठी नूं कोई मत्था टेक के नहीं लंघदा। तुहाडी कोठी अग्गों कोई हाथ जोड़ के सिर झुका के मत्था टेक के नहीं लंघेगा। गुरुद्वारे की इमारत छोटी भी होवे, उत्थों लंघण लग्गिआं लोकां दा सिर झुकदा है, हथ जुड़दे ने। क्यों? उत्थे साहब दा प्रकाश है। जिथे गुरु दा प्रकाश है, उत्थे सिर झुकदा है, हथ जुड़दे ने। 5-5 10-10 करोड़ दियां कोठियां नूं कोई मत्था नहीं टेकदा। मेरे गुरु ने सानू भी हुक्म कीता है, ओ गुरु दे सिखा, धन गुरु गोबिंद सिंह महाराज लिखते, मैं तो तेनों भी साहिब बनाना चाहना, मैं तो तेरी भी वडियाई उच्ची करनी चाहना, पर अफसोस तू साहिब बनना नहीं चाहता। तेरे इस मलीन बतीरे करके तू साहिब नहीं हो रहा। मैं तो तेनों भी साहिब बनाना चाहना। तू किवें बनेगा साहिब? एक आम इंसान, मैं तो तेनू आम तो चुक के साहब बनाना चाहना। पातशाह किवें बनांगे? हजूर कहंदे, रहनी रह सोई सिख मेरा, ओ साहिब मैं उसका चेहरा। मैं तेनू साहिब बना दांगा, पर गुरु दी रहनी विच आ जा, गुरु दी रहत विच आ जा। साध संगत, असीं गुरु दी रहत विच नहीं आ रहे। क्यों? असीं अपने मन की मर्जी करनी है। असीं जो गुरु ने विवर्जित किया है, वो काम करने ने। अब विआहां शादियां ते तुसीं पाठ कराउंदे हो, चंगी गल है, कराउणा चाहिए। गुरु ग्रंथ साहब महाराज दे चरण परसदे हो। पहली गल तां साडा प्रेम घट गया। 8 दिन का पाठ, सहज पाठ। उस तो बाद पंथ ने एक फैसला किया है, जे किसी कोल वक्त घट है भाई, वो 3 दिन का पाठ श्री अखंड पाठ साहब करावे। पर असी होर सौखा कर लिया, साडे कोल 3 दिन भी गुरु वास्ते वक्त नहीं। असी 3 दिन भी सेवा नहीं कर सकते। बहाना की लभ्या? ओ जी सुचमता रखनी बहुत औखी है, 3 दिन का पाठ औखा है। असी 1.5 घंटे ते आ गए। गुरु ग्रंथ साहब महाराज दे प्रकाश लियाओ, सुखमनी साहब का पाठ कराओ, लोग इकट्ठे हो गए, महाराज नूं तोर दिओ। फिर पहला घर वाले कहणगे, भाई साहब जी महाराज का स्वरूप छेती छड्ड आओ। पुछीदा, भाई क्यों? उन्होंने जवाब होंदा, कहते नहीं जी फिर थोड़ी सुचमता नहीं रहिंदी। इहदा मतलब ये है वे महाराज नूं तोड़ के असीं वो भी काम करने ना जितों गुरु ने वरजिया। जिहड़ी गल गुरु ग्रंथ साहब महाराज ने वरजिया है, असीं वो भी काम करने ने। असीं रहणी विच नहीं आ रहे। जिद्दण कोई गुरु की रहत विच आ जांदा है, उदण गुरु नाल वरतदा है। भट्ट साहबान कहंदे, तू धन गुरु अमरदास महाराज नूं सिमर, धरती दे जिन्ने पाप ने जे वो भी तेरे सिर ते चढ़े होण, वो भी मुक जाणगे। पर शर्त एक है, अगे तो पापां वास्ते माफ़ी मंग लें गुरु को।
जे कोई बंदा गलती करके रियलाइज कर लेंदा है, वो सब तो वड्डा एक चीज होर नोट करियो, 68 तीर्थां ते नहाउण नाल पापां दी मैल उतरे जां ना उतरे। पर मेरे गुरु ने कहा कीती होई गलती दा पछतावा कर लई, तेरी अखां विच एक हंझू एक पानी दा तिबका भी आ गया, वो पानी दा एक घुट भी एक तिबका भी पानी दा सज्जणा तेरे करोड़ां पाप धो देगा। देखो विआहां शादियां ते तुसीं लवाउंदे हो ना एसी, इत्थे गुरु ने लाया, एक बार चित जोड़ के कहो धन श्री गुरु अमरदास जी। गुरसिख वो है जिहड़ा हर माहौल नूं गुरु विच ढाल लैंदा है। पातशाह ने लिख के दिता है जे झक्खड़ भी वगदा होवे, मींह नेरी भी होवे, पर गुरु दा सिख अपना अकीदा नहीं बदलदा। वो तो गुरु नूं प्यार च कहंदा है फरीदा गलियां चिक्कड़ दूर कर, नाल प्यारे ने हो, चला तां भिजे कंबली, रहां तां टुटे ने हो। फिर फैसला की कीता, कहंदे भिजो सिजो कंबली, हो जाए जो नुकसान होना है, पर गुरु दा राह नहीं छड्डना। पढ़ो भिजो सिजो कंबली, अल्लाह वरसे में हो, जाए मेला तिना सजना, टुटो नाही ने हो। फिर भट्ट साहब मन्ना क्या गुर अमरदास परसी है, वो हम पातिक बिनासे, गुर अमरदास परसी है, सिद्ध साधक आस। गुर अमरदास परसी है, ध्यान लईए पौ मुके, गुर अमरदास परसी है, अपाओ लभे गो चुके। एक बिन दुगण जो तौर है, जे तू दुगना करना चाहना है, हर बंदा चाहता मेरा कारोबार दुगना हो जाए, हर बंदा चाहता मेरा कम बढ़ जाए। भाई जे तू भगती दुगनी करनी चाहना है, एक बिन दुगण जो तौर है, जा सुमंत्र मान वैल है, जाल पापदार थितड़े, गुर अमरदास डिठे मिले। इन्ना सब कुछ गुरु अमरदास महाराज नूं सिमरिया मिलता है। सतगुरु गुरु अमरदास महाराज ने एक कोड़ी नूं ठीक किया, जदों वो तंदुरुस्त हो गया ना बिल्कुल, क्योंकि उन्होंने बाल अवस्था 12-15 साल तो कोड़ लग गया, उन्होंने संगत गुरु के चरणों में ले आई। वो भैरोवाल पिंड तो धर्मशाल तो गुरु को आ गया, तंदुरुस्त हो गया। पातशाह ने बौली साहब के जल नाल ओहदा रोज इशनान कराउंदे रहे, ते नाल गुरु पातशाह ने हुक्म किया इनू इशनान करा के जपाओ नाल सतनाम श्री वाहिगुरु, क्योंकि कल्ले इशनान नाल ठीक नहीं होना। मैनू माफ करियो, खाली आपां कहीए ना भी इशनान कर लिया जी मैं तो ठीक नहीं होया, इशनान करन नाल तंदुरुस्त हो ही रहे, पर नाल गुरु ने कहा कला नहा के ना आ जाई। जे कला इशनान कला नहाउण दे नाल ठीक हुंदा होवे, फिर सज्जणा डड्डियां मच्छियां तां सरोवर विच ही रहिंदियां ने। पातशाह फिर असीं की करने, हजूर कहणगे कर इशनान, पढ़ो सिमर प्रभ अपना, कर इशनान सिमर प्रभ। ਉਹਦੇ ਨਾਲ ਕੀ ਹੋਏਗਾ, ਮਨ ਤਨ ਵੇ ਅਰੋਗਾ, कोट बिगन लाथे प्रभ शरणा, प्रगटे भले संजोगा। इशनान भी करी, वाहिगुरु भी जपी। असी की करते हैं, मैनू माफ करियो, गुस्सा ना करियो, दरबार साहब पहुंचदे सार पहला काम पता की हुंदा है, पर कर्मां च उतरदे लोग मोबाइल खोल लेंदे ने। इदां हरमंदर साहब वाल पिठ करके पहला फोटो खिंच के सैल्फी पाउण के वे असीं दरबार साहब पहुंच गए। वो तुहाडी फोटो फेसबुक व्हाट्सएप ते 500,000 बंदे तक पहुंच जाएगी, पर याद रखियो तुहाडी हाजरी गुरु रामदास महाराज के चरणों च नहीं लगी। जिथे फोटो दिखानी सी उत्थे दिखाई नहीं, क्योंकि उत्थे चेहरिਆਂ की फोटो नहीं, उत्थे शरीर की फोटो नहीं, उत्थे तेरे अंदर की सुरत की फोटो लगनी है। जांदियां सार सुरत टका के जपना सी सतनाम श्री वाहिगुरु। इशनान करन लग्गियां जपना सी वाहिगुरु। फिर इशनान नाल की होना सी, मन तन भै अरोगा। पातशाह ने कोड़ी का इशनान कराया, नाम जपाउंदे रहे, रोज उन्होंने शब्द पढ़ाउंदे रहे।
कि जियो तपत है बारो वार, तप तप खपे बहुत विकार, जय तन बाणी विसर जाए, ज्यों पक्का रोगी बिल लाए। वो तंदुरुस्त हो गया। जदों तंदुरुस्त हो गया, कोड़ हट गया, सोहना दिसन लग पिया। एक दिन श्री गुरु अमरदास महाराज ने संगत विच उहनूं खड़ा कर लिया। पातशाह ने पूछा, बेटा तेरी उम्र कितनी है? उन्हें कहा, महाराज पता नहीं, तुसी वेख लो। श्री गुरु अमरदास महाराज ने ओदी उम्र कोई 28-29 वरे वेख के पातशाह ने संगत विच उच्ची आवाज विच कहा, भाई इस बच्चे की असीं शादी करनी है। किसी दी कोई बच्ची विआहण दे योग होवे, आ बच्चे नूं रिश्ता करो, इहदी शादी करिए। देखियो हुण गुरु निमाणियां दा मान है, जिहदा कोई ना होवे गुरु ने धिरियां दी धिर है, न्योटियां दी ओट है। जिहदा कोई ना होवे गुरु ने आसरियां दा आसरा है। जदों पातशाह ने कहा, भाई किसी की बच्ची विआहण योग होवे, आपां बच्चे की शादी करनी, कोई भी ना उठ्या। दूजी बार फिर गया, कोई ना उठ्या। तीजी बार पातशाह ने जदों फिर आवाज दी, सब तो पिछों एक गरीब जिहा बंदा उठ के आया। उन्हें हाथ जोड़ के कहा, पातशाह मेरी बच्ची विआहण दे योग है, मैं अपनी बच्ची की शादी इहदे नाल करना चाहुंदा, पर पातशाह एक गल है, मैं झूठ बोल के रिश्ता नहीं करना। महाराज मैं कोई सच दसना चाहना। हजूर ने बड़े प्यार नाल कहा, साध शाबाश, दस बेटा सच की। उन्हें कहा, महाराज मेरी बच्ची ना बचपन तो थोड़ी मत घट है, उदा रोटी पानी का काम कर लेंदी है, पातशाह अकल सारी है, पर थोड़ी जे मत घट है। ਉਹਨੂੰ ਤਾਂ बचपन तो असी ना मत्थो मत्थो कहने आ। छोटे ਹੁੰਦੇ ਉਹਦੇ ਮੂੰਹ ਚੋਂ ਉਹੀ ਨਾਲਾਂ ਡਿੱਗਦੀਆਂ ਰਹਿੰਦੀਆਂ ਸੀ, ਹੁਣ ਥੋੜਾ ਬਹੁਤਾ ਕੰਮ ਕਰ ਲੈਂਦੀ ਹੈ, मत घट है। पातशाह मैं झूठ बोल के रिश्ता नहीं करना, थोड़ी अकल मत घट है, फिर ना कहो मैं अपनी बच्ची का रिश्ता कर दूँ। मेरी धी का भी घट मत करके किते रिश्ता नहीं हो रहा। श्री गुरु अमरदास महाराज खुश होकर बोले, कहते भाई सिखा तेरी बच्ची कित्थे है? उन्हें कहा, महाराज मामा धीयां लंगर में सेवा करदियां ने। पातशाह ने कहा, बुला के लियाओ। ते नाल हजूर ने 2 बार कहा, साध साध शाबाश शाबाश। पता क्यों? तुसीं भी जिंदगी विच ये गल याद रखियो, ये रिश्ता साध संगत स्वर्ग वाला रिश्ता है। कदे भी अपने पुत्तां धीयां दा रिश्ता झूठ बोल के ना करियो। साडा एक झूठ सारी उम्र वास्ते बच्चों नूं दुखी करदा है। साडा एक पाया होया पढ़दा, एक रखिया होया ओला, सारी उम्र वो बच्चों की जिंदगी बर्बाद कर दिंदा है। कदे झूठ बोल के रिश्ता ना करियो, इस रिश्ते की कदर करो। जिहड़े लोग रिश्तियां की कदर करते हो सुखी रहिंदे ने। अज जमाना इदां दा आ गया, तुसीं पढ़े लिखे बैठे हो, साडे कोल पैसा वध गया, जमीनां दे रेट वध गए ने, सब कुछ वध गया, पर माफ करियो रिश्तियां की कदर घट गई है। असी रिश्तियां की कदर करनी छड्ड दित्ती है। पैसा वध है, सब कुछ कोल है, रिश्तियां की कदर नहीं। 4 पैसे कोल ने, बंदा कहना साडा नहीं कोई चाचा ताया, साडा की लगदा है। तुसी रिश्तियां की कदर भुल गए। होर तां होर जिहड़ा कुड़माचारी का रिश्ता सी ना भाई, वो भरावां वाला रिश्ता सी। कुड़म भरावां की तरह मिलते सी, नाल खड़े सी, दुख सुख की गल होनी, सगा भरा बाद में आवे, कुड़म पहला खड़ते सी, भाई साडी धी विआही हुई है, असी नाल खड़ांगे। कुड़मां दे रिश्ते भरावां नालों भी वध निभदे सी। अज मैनूं माफ़ी दिओ, असी रिश्तियां की कदर भुल गए। जदों कोई रिश्ता करदा है, पहलां पुछदा है विचोले नूं, सामने वाली पार्टी कितना क पैसा ला सकदी। हद हो गई गल वाली। वो कुड़मां नूं तुसीं पार्टी दस्सण लग पए, असी कुड़मां नूं पार्टी कहण लग पए, सामने वाली पार्टी कितना क पैसा ला सकदी। तुसी इनू साध संगत रिश्तियां की कदर भुली है, दुनिया दुखी हुई है, रिश्तियां की कदर करो। हाँ, कदे 20 साल पहला पंजाब च बहुत रौला सी, दाज लेंदे ने जी, दाज की बली चढ़ गई धीयां, बहुत लोकां मारियां ने धीयां दाज दे दुखों। ये सच है, कानून बनाने पे। अज दाज लेना बंद हो गया। अज कोई लड़के वाला, पुत वाला, बच्चे वाला दाज नहीं मंगदा। लड़के वाले दाज मंगणों हट गए ने, पर असी रिश्ते फिर भी बिगाड़ ले। हुण लड़के वाले दाज नहीं मंगते, हुण लड़कियों वाले मंगण लग पे। ये दाज ही है। सीधा लड़के वालियां नूं हुण कहंदे ने 6.5 बैंड आए ने, दसो पैसे किन्ने लाओगे? दाज नहीं तो होर की है।
7 बैंड आए ने, पैसा खर्चोगे? ਜਿਹੜੇ ਬੰਦੇ ਨੇ 18 ਲੱਖ ਦਾ ਵਾਅਦਾ ਕਰਕੇ ਕਿਹਾ 7 ਬੈਂਡ ਆਏ ਨੇ ਅਸੀਂ 18 ਲੱਖ ਲਾਉਣੇ, ਉੱਥੇ ਰਿਸ਼ਤਿਆਂ 'ਚ ਪਿਆਰ ਨਹੀਂ ਹੋ ਰਹਿਣਾ। ਇਹ ਠੀਕ ਹੈ, ਕੁੜਮਾਚਾਰੀ ਭਰਾਵਾਂ ਵਾਲਾ ਪਿਆਰ ਹੁੰਦਾ, ਅੱਧੇ ਅੱਧੇ ਪਿਆਰ ਨਾਲ ਸਤਿਕਾਰ ਨਾਲ ਲਾ ਲਓ, ਪਰ ਸੌਦਾ ਨਾ ਕਰੋ ਆਪਣੀਆਂ ਧੀਆਂ ਦਾ, ਸੌਦੇ ਨਾ ਕਰੋ। ਬੱਚਿਆਂ ਦਾ ਆਪਸ ਵਿੱਚ ਹੀ ਇੱਕ ਦੂਜੇ ਦਾ ਪਿਆਰ ਹੋਣਾ ਚਾਹੀਦਾ ਹੈ। ਔਰ ਮੈਂ ਤਾਂ ਕਈ ਵਾਰ ਕਹਿੰਦਾ ਉਹਨਾਂ ਸਿੱਖੋ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀਆਂ ਲਾਵਾਂ ਲੈ ਕੇ ਝੂਠਾ ਆਨੰਦ ਕਾਰਜ ਕਰ ਲੈ, ਉਹਦੇ ਨਾਲ ਦਾ ਪਾਪੀ ਬੰਦਾ ਕੌਣ ਹੈ? ਜਿਹੜੇ ਗੁਰੂ ਅੱਗੇ ਕਹਿਣੇ ਲੋਕ ਪਰਲੋਕ 'ਚ ਲਾਜ ਰੱਖੀ, ਮਰਨ ਤੋਂ ਬਾਅਦ ਵੀ ਅਰਦਾਸ ਹੋਣੀ ਹੈ, ਉਸ ਗੁਰੂ ਦੀਆਂ ਝੂਠੀਆਂ ਲਾਵਾਂ ਲੈਣ ਵਾਲਾ ਕੋਈ ਹੋਵੇ, ਉਹਨੂੰ ਦਰਗਾਹ ਵਿੱਚ ਕਿਵੇਂ ਥਾਂ ਮਿਲੇਗੀ? ਕਦੇ ਗੁਰੂ ਦੀਆਂ ਝੂਠੀਆਂ ਲਾਵਾਂ ਨਹੀਂ ਲੈਣੀਆਂ। ਹਾਂ, ਰਿਸ਼ਤਾ ਕਰੋ ਬਿਲਕੁਲ ਕਲੀਅਰ ਕੱਟ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸੁਣਿਆ ਉਹ ਸਿੱਖ ਗਰੀਬ ਜ਼ਰੂਰ ਹੈ, ਕਹਿੰਦਾ ਜੀ ਝੂਠ ਬੋਲ ਕੇ ਰਿਸ਼ਤਾ ਨਹੀਂ ਕਰਨਾ, ਮੇਰੀ ਲੜਕੀ ਨੂੰ ਥੋੜੀ ਮੱਤ ਘੱਟ ਹੈ। ਪਾਤਸ਼ਾਹ ਨੇ ਸ਼ਾਬਾਸ਼ ਦਿੱਤੀ, ਬੁਲਾ ਭਾਈ ਆਪਣੀ ਬੱਚੀ ਨੂੰ। ਮਾਮਾ ਧੀਆਂ ਨੂੰ ਸੱਦ ਕੇ ਲਿਆਇਆ ਗੁਰੂ ਕੇ ਲੰਗਰ ਚੋਂ, ਕਹਿੰਦਾ ਆਪਣੀ ਮੱਥੋਂ ਦਾ ਰਿਸ਼ਤਾ ਕਰਨ ਲੱਗੇ ਗੁਰੂ ਅਮਰਦਾਸ। ਮਾਂ ਬੜੀ ਖੁਸ਼ ਹੋਈ। ਜਦੋਂ ਲੈ ਕੇ ਆਏ ਗੁਰੂ ਚਰਨਾਂ 'ਚ ਮੱਥਾ ਟੇਕਿਆ, ਤਾਂ ਜਿਹੜੀ ਮਾਂ ਹੈ ਨਾ, ਹੁਣ ਦੇਖਿਓ ਮਾਵਾਂ ਦਾ ਦਿਲ। ਮਾਂ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਹੱਥ ਜੋੜ ਕੇ ਕਿਹਾ, ਪਾਤਸ਼ਾਹ ਇਹ ਠੀਕ ਹੈ ਮੇਰੀ ਮੱਥੋਂ ਨੂੰ ਅਕਲ ਘੱਟ ਹੈ, ਠੀਕ ਹੈ ਮੇਰੀ ਮੱਥੋਂ ਨੂੰ ਲੋਕ ਕਹਿੰਦੇ ਨੇ ਮੱਤ ਘੱਟ ਹੈ, ਪਾਤਸ਼ਾਹ ਲੋਕਾਂ ਭਾਉਂਦੀ ਹੋਏਗੀ ਮੇਰੀ ਧੀ ਨੂੰ ਮੱਤ ਘੱਟ, ਪਰ ਮੈਂ ਤਾਂ ਆਪਣੇ ਜਿਗਰ ਦਾ ਟੁਕੜਾ ਹੈ, ਮੈਂ ਤਾਂ ਦਿਲ ਦੇ ਜਿਗਰ ਦੇ ਟੁਕੜੇ ਨੂੰ ਪਾਲਿਆ, ਮੇਰੀ ਧੀ ਮੇਰੇ ਵਾਸਤੇ ਰਾਣੀ ਹੈ, ਰਾਣੀ, ਲੋਕਾਂ ਵਾਸਤੇ ਹੋਏਗੀ ਮੱਤ ਘੱਟ। ਪਾਤਸ਼ਾਹ ਜਿਹਦੇ ਨਾਲ ਸ਼ਾਦੀ ਕਰਨ ਲੱਗੇ ਹੋ ਇਹ ਤਾਂ ਦੱਸ ਦਿਓ, ਇਹ ਲੜਕੇ ਦਾ ਪਿੰਡ ਪਤਾ, ਕੋਈ ਮਾਂ ਪਿਓ, ਕੋਈ ਘਰ-ਬਾਰ, ਕੁਝ ਤਾਂ ਪਤਾ ਹੋਵੇ, ਐਵੇਂ ਥੋੜੀ ਆਪਣੀ ਧੀ ਨੂੰ ਲੜ ਲਾ ਦੇਣਾ, ਪੁੱਛ ਲੈਣਾ ਚਾਹੀਦਾ। ਜਦੋਂ ਉਹਨੇ ਗੁਰੂ ਨੂੰ ਪੁੱਛਿਆ, ਗੁਰੂ ਅਮਰਦਾਸ ਮਹਾਰਾਜ ਜਿਹੜੇ ਲੜਕੇ ਨਾਲ ਮੇਰੀ ਧੀ ਵਿਆਹਣ ਲੱਗੇ ਹੋ, ਪਿੰਡ ਪਤਾ, ਕੋਈ ਘਰ-ਬਾਰ, ਕੋਈ ਮਾਂ ਪਿਓ, ਦੱਸੋ ਤਾਂ ਸਹੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਵੇਖੋ ਨਿਆਸਰਿਆਂ ਦੇ ਆਸਰੇ ਨੇ। ਪਾਤਸ਼ਾਹ ਨੇ ਉਹ ਕੋੜੀ ਵੱਲ ਕਿਹਾ, ਪ੍ਰੇਮੇ ਨੂੰ ਕਿਹਾ, ਕਹਿੰਦੇ ਭਾਈ ਪ੍ਰੇਮਿਆ ਦੱਸ ਕਾਕਾ, ਤੇਰਾ ਪਿੰਡ ਪਤਾ, ਮਾਂ ਪਿਓ ਪੁੱਛ ਰਹੇ ਨੇ, ਭਾਈ ਤੁਹਾਡੀ ਸ਼ਾਦੀ ਕਰਨੀ ਹੈ, ਪੁੱਛ ਰਹੇ ਨੇ ਤੇਤੋਂ, ਤੇਰਾ ਪਿੰਡ ਪਤਾ, ਮਾਂ ਪਿਓ, ਘਰ-ਬਾਰ ਕੋਈ ਹੈ, ਪੁੱਛਦੇ ਨੇ। ਉਹ ਗੁਰੂ ਦੇ ਕੋਲ ਖੜਿਆ ਅੱਖਾਂ ਭਰ ਕੇ ਰੋ ਪਿਆ, ਪਾਤਸ਼ਾਹ ਜਿਨ੍ਹਾਂ ਨੇ ਕੋੜੀ ਜਾਣ ਕੇ 20 ਸਾਲ ਪਹਿਲਾਂ ਕੱਢ ਦਿੱਤਾ, ਮੈਨੂੰ ਕੀ ਪਤਾ ਉਹ ਮੇਰੇ ਕੀ ਲੱਗਦੇ ਨੇ। ਪਾਤਸ਼ਾਹ ਮੇਰਾ ਕੋਈ ਨਹੀਂ ਹੈ ਤੁਹਾਡੇ ਸਿਵਾਏ, ਜਿਨੀ ਰੋਗੀ ਕਰਕੇ ਘਰੋਂ ਕੱਢ ਦਿੱਤਾ ਵੇ ਰੋਗੀ ਹੈ, ਕੋੜੀ ਹੈ, ਮੇਰਾ ਕੋਈ ਪਿੰਡ, ਕੋਈ ਘਰ-ਵਾਰ ਨਹੀਂ, ਕੋਈ ਮਾਂ ਪਿਓ ਨਹੀਂ, ਪਾਤਸ਼ਾਹ ਤੁਹਾਡੇ ਤੋਂ ਸਿਵਾਏ ਮੇਰਾ ਕੋਈ ਨਹੀਂ। ਜਦੋਂ ਰੋ ਪਿਆ ਨਾ ਭਾਈ ਪ੍ਰੇਮਾ, ਗੁਰੂ ਅਮਰਦਾਸ ਮਹਾਰਾਜ ਤਖਤ ਉੱਠ ਖੜੇ, ਹਜ਼ੂਰ ਨੇ ਗਲਾਵੇ ਵਿੱਚ ਲੈ ਕੇ ਪਿਆਰ ਦੇ ਕੇ ਕਿਹਾ, ਕਹਿੰਦੇ ਬੇਟਾ ਰੋ ਨਾ, ਅੱਖਾਂ ਦੇ ਹੰਝੂ ਸਾਫ਼ ਕੀਤੇ। ਫਿਰ ਪਾਤਸ਼ਾਹ ਨੇ ਸਾਹਮਣੇ ਪੂਰੀ ਸੰਗਤ ਵਿੱਚ ਉਸ ਸਿੱਖ ਨੂੰ, ਉਹਦੇ ਘਰ ਵਾਲੀ ਤੇ ਉਹਦੀ ਬੱਚੀ ਦੇ ਸਾਹਮਣੇ ਪਾਤਸ਼ਾਹ ਨੇ ਇੱਕ ਗੱਲ ਕਹੀ, ਕਹਿੰਦੇ ਭਾਈ ਤੁਹਾਨੂੰ ਪਿੰਡ ਪਤਾ, ਘਰ-ਬਾਰ, ਮਾਂ ਪਿਓ ਚਾਹੀਦਾ, ਇਹ ਲੜਕੇ ਨਾਲ ਤਾਂ ਰਿਸ਼ਤਾ ਕਰੋਗੇ, ਇਹਦਾ ਕੋਈ ਪਿੰਡ ਪਤਾ, ਮਾਂ ਪਿਓ, ਘਰ-ਬਾਰ ਹੋਵੇ ਫਿਰ ਸ਼ਾਦੀ ਕਰ ਦੋਗੇ। ਕਹਿੰਦੇ ਮਹਾਰਾਜ ਅਸੀਂ ਧੀਆਂ ਵਾਲੇ ਆ, ਪੁੱਛਣਾ ਫਰਜ਼ ਬਣਦਾ ਹੈ। ਪਾਤਸ਼ਾਹ ਨੇ ਕਿਹਾ ਬਿਲਕੁਲ ਸਹੀ ਪੁੱਛਿਆ, ਲੈ ਫਿਰ ਸੁਣੋ, ਅੱਜ ਤੋਂ ਬਾਅਦ ਇਸ ਪ੍ਰੇਮੇ ਦਾ ਘਰ ਗੁਰੂ ਅਮਰਦਾਸ ਦਾ ਘਰ ਹੈ, ਅੱਜ ਤੋਂ ਬਾਅਦ ਇਸ ਪ੍ਰੇਮੇ ਦੀ ਮਾਂ ਵੀ ਗੁਰੂ ਅਮਰਦਾਸ ਹੈ, ਇਸ ਪ੍ਰੇਮੇ ਦਾ ਪਿਓ ਵੀ ਗੁਰੂ ਅਮਰਦਾਸ ਹੈ, ਦੱਸੋ ਰਿਸ਼ਤਾ ਕਰਨਾ ਕਿ ਨਹੀਂ ਕਰਨਾ। ਉਹ ਦੋਵੇਂ ਜੀ ਹੱਥ ਜੋੜ ਕੇ ਰੋ ਪਏ, ਪਾਤਸ਼ਾਹ ਜਿਹਦਾ ਮਾਂ ਪਿਓ ਗੁਰੂ ਹੋਵੇ ਅਸੀਂ ਕਿਉਂ ਨਹੀਂ ਰਿਸ਼ਤਾ ਕਰਨਾ, ਸਾਡੀ ਧੀ ਵੀ ਤਾਂ ਫਿਰ ਤੁਹਾਡੀ ਧੀ ਹੈ। ਪਾਤਸ਼ਾਹ ਜਿਵੇਂ ਪ੍ਰੇਮੇ ਨੂੰ ਪੁੱਤ ਬਣਾਇਆ, ਏਦਾਂ ਸਾਡੀ ਧੀ ਮੱਥੋਂ ਨੂੰ ਵੀ ਆਪਣੀ ਧੀ ਬਣਾ ਲਓ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਹਨੂੰ ਵੀ ਧੀ ਬਣਾ ਕੇ ਸ਼ਾਦੀ ਕੀਤੀ। ਜਦੋਂ ਆਨੰਦ ਕਾਰਜ ਸ਼ਾਦੀ ਹੋ ਗਈ, ਗੁਰੂ ਅਮਰਦਾਸ ਮਹਾਰਾਜ ਨੇ ਦੋਵਾਂ ਦੇ ਸਿਰ ਤੇ ਹੱਥ ਰੱਖਿਆ, ਤੇ ਸਿਰ ਤੇ ਹੱਥ ਰੱਖ ਕੇ ਪਤਾ ਕੀ ਕਿਹਾ, ਪਾਤਸ਼ਾਹ ਪਿਆਰ ਵਿੱਚ ਬੋਲੇ, ਕਹਿੰਦੇ ਲੈ ਧੀਏ ਤੈਨੂੰ ਲੋਕ ਬਚਪਨ ਤੋਂ ਮੱਥੋ ਮੱਥੋ ਕਹਿੰਦੇ ਰਹੇ, ਤੈਨੂੰ ਮੱਤ ਥੋੜੀ ਹੈ, ਅਕਲ ਥੋੜੀ ਹੈ, ਤੈਨੂੰ ਲੋਕੀ ਮੱਥੋ ਮੱਥੋ ਕਹਿੰਦੇ ਰਹੇ, ਜਾ ਮੇਰੀਏ ਧੀਏ ਤੈਨੂੰ ਗੁਰੂ ਨਾਨਕ ਦੇ ਘਰੋਂ ਇੰਨੀ ਅਕਲ ਦੇ ਦਿੱਤੀ ਹੈ, ਹੁਣ ਦੁਨੀਆ ਦੇ ਲੋਕ ਤੇਤੋਂ ਅਕਲ ਲੈ ਕੇ ਆਪਣਾ ਜਨਮ ਸਫਲ ਕਰਨਗੇ। ਪਾਤਸ਼ਾਹ ਨੇ ਪਹਿਲੀ ਪ੍ਰਚਾਰਕ ਬੀਬੀ ਜਿਹੜੀ ਥਾਪੀ ਨਾ, ਪੀੜਾ ਥਾਪਿਆ, 22 ਮੰਜੀਆਂ 52 ਪੀੜੇ, ਪਹਿਲੀ ਵਾਰ ਸਿੱਖੀ ਵਿੱਚ ਬੀਬੀ ਨੂੰ ਪ੍ਰਚਾਰਕ ਲਾਇਆ।
और पातशाह ने कहा तेरी रसना तो गुरु दे बोल सुन के लोगों का जन्म सफल होएगा। जा धीए ਤੁਹਾਡੇ घर में सिक्खी दी मंजी ते पीड़ा थापिया 52 पीड़े ते 22 मंजियां ਉਹਦੇ ਵਿੱਚ ਪਹਿਲੀ ਮੰਜੀ ਤੇ ਪਹਿਲਾ ਪੀੜਾ गुरु अमरदास महाराज ने थापिया मत्थो ते मुरारी दे नाम। हजूर ने कहा जाओ भैरोवाल चले जाओ, सिक्खी दा प्रचार करो, 10 पातशाहियां दी जोत भरती है। चित्ते रखियो गुरु अमरदास महाराज तो लेके 10वें पातशाह तक उन्होंने परिवार च सिक्खी रही है। वो परिवार 10वें पातशाह तक जपदा रहा धन गुरु अमरदास, धन गुरु अमरदास। जिन्हों लोग कोड़ी कहते सी, जिन्हों लोग मत्थो कहते सी, ओदी पीढ़ी 10वें पातशाह तक चल गई। क्यों? श्री गुरु अमरदास महाराज ने नवाज दिता है। आओ उस गुरु अमरदास महाराज का एक बार ध्यान धरिए। ਆਪਾਂ भी कहिए पातशाह साडे बच्चों नूं अकल बख्शियो। ऐ ना समझियो बेअकल बहुत है साडे बच्चों नूं। अज दे जमाने तुहाडे कोल पैसा बहुत हो सकता है, पर सब तो कीमती सब तो कॉस्टली प्रॉपर्टी तुहाडी अपनी औलाद है। जिहदे बच्चे कहने विच ने वो दुनिया का सब तो अमीर बंदा है। जिहदी औलाद कहने तो बाहर हो गई उहदे नाल दा कंगाल बंदा कोई नहीं। आओ अपो अपने बच्चों ले कहिए गुरु अमरदास महाराज नूं पातशाह जे मत्थो दे सिर ते हथ रख के मत दे सकदे हो, साडे ते साडे बच्चों दे सिर ते हथ रखो। पातशाह सानू सिक्खी दी मत बख्शिश करो। एक बार सारे प्यार नाल कहो गुरु अमरदास परसीए, गुरु अमरदास परसीए, गुरु अमरदास, गुरु अमरदास। पोहम पातिक बिनासे गुरु अमरदास परसीए, गुरु अमरदास परसीए। पोहम पातिक बिनासे गुरु अमर, गुरु अमर। धन श्री गुरु अमरदास जी, धन श्री गुरु अमरदास जी, धन श्री गुरु। आखो सतनाम श्री। मैं 2 भरावां दी कथा सुनाई, मान ना करियो। जमीन जायदाद उत्ते कोई मान नहीं है। मान करना ना अपने गुरु ते करियो, मान करना अपनी औलाद ते करियो जे बच्चे चंगे निकल जान, नहीं तो कोई मान नहीं है। किसी दी औलाद चंगी निकल जाए उन्होंने गुरु ते अपने बच्चों ते मान करना चाहिए। जे साध संगत औलाद माड़ी निकल जाए, 40-40 किले जमीनां दे मालक बंदे मैं रुलदे वेखे ने जिन्हां दी औलाद नशियां ते लग गई। 2 भरा सन, उन्होंने 22 किले 24 किले जमीन आउंदी सी। जमीनां महंगियां हो गई, साडे एटीट्यूड चेंज हो गए, असीं गुरु नूं भुल्लण लग पे। कदे वक्त सी साडे बजुर्ग जदों कणक वड्ढणी पहलां बोरी थैले लैके खड़ना वे आ गुरु घर ले कढ लो भाई काका, बाकी आड़तीए दे बाद विच भेजणी है कणक, पहलां गुरुद्वारे वास्ते भरो, पहलां एक थैला ग्रंथी वास्ते भरो, पहलां एक थैला गुरुद्वारे भेजना वो भरो। पहला कणक गुरु घर लई, फिर कणक मंडी में जाती सी। साध संगत अपने आप घरां च धर्म सी ते हुण हालात की है? सीधियां ट्रालियां लाई दियां ने कंपैन मोरे, और ट्रालियां ट्रैक्टरां ते जिहड़े गीत बजदे आ वो तुहानूं पता है। रब दा कोई शुक्र नहीं है, रब दा शुकराना करना चाहिए। वो किसान दी 6 महीनों की मेहनत रब की कृपा होवे तां चक सकदे हो, नहीं तो माफ करियो। मैं खेतों में तरदा झोना वेख्या, इदां ही तर गया, रुड़ जांदा इदां। असीं शुक्र करनों भज गए। फिर सीधी ट्राली आड़तीए दे चल बई मंडी सुट्टन दी। मंडी विच ट्रालियां कणक दियां सुट के किलोआं च पाया, बीज क्विंटलां च कढिया। असी मंडियां च सुट के पैसे की दत्थी 2 फड़ लियांदियां ने, बाकी आड़तीआ कहंदा बाद विच हिसाब कर लांगे। आ लो लाख रुपया लै जाओ, तुसीं पैसे लैके आउंदे हो। अगे जदों लोग जमीन जायदाद की कमाई आउंदी सी, कणक की झोने की कमाई मक्की की आउणी,
ਉਹਦੇ ਵਿੱਚੋਂ ਪਹਿਲਾਂ 11 ਰੁਪਏ 21 ਰੁਪਏ 50 ਰੁਪਏ 100 ਰੁਪਈਆ ਗੁਰੂ ਘਰ ਵਾਸਤੇ ਕਰਨਾ, ਪ੍ਰਸ਼ਾਦ ਲੈ ਚੱਲੀਏ ਭਾਈ, ਕੋਈ ਲੱਡੂਆਂ ਦਾ ਮਿੱਠਾ ਡੱਬਾ ਲੈ ਕੇ ਜਾਈਏ। ਸ਼ਾਮ ਨੂੰ ਬੱਚਿਆਂ ਨੂੰ ਕਵਾਂਗੇ ਜਾ ਗੁਰਦੁਆਰੇ ਮੱਥਾ ਟੇਕ ਆਓ, ਕਮਾਈ ਆਈ ਹੈ, ਸਾਨੂੰ ਗੁਰੂ ਨੇ ਕਿਰਪਾ ਕੀਤੀ, ਉਹ 6 ਮਹੀਨਿਆਂ ਦੀ ਮਿਹਨਤ ਹੈ। ਹੁਣ ਕੀ ਹੁੰਦਾ ਹੈ, ਟਰੈਕਟਰਾਂ ਤੇ ਗੀਤ ਵੱਜਦੇ ਨੇ, 2 ਲੱਖ ਦੀਆਂ 2 ਦੱਥੀਆਂ ਪਾਈਆਂ ਨੇ, ਟਰੈਕਟਰ ਟਰਾਲੀ ਦਾ ਬ੍ਰੇਕ ਪਤਾ ਕਿੱਥੇ ਲੱਗਦੀ ਹੈ, ਤੁਹਾਨੂੰ ਪਤਾ ਹੀ ਹੈ। ਹੁਣ ਬ੍ਰੇਕਾਂ ਉੱਥੇ ਲੱਗਦੀਆਂ ਨੇ ਜਿੱਥੇ ਲਾਲ ਅੱਖਰਾਂ 'ਚ ਮੋਟਾ ਕਰਕੇ ਲਿਖਿਆ ਉਹ ਪਹਿਲਾਂ ਉਸ ਪੈਸੇ ਨਾਲ ਸ਼ਰਾਬ ਲਿਆਉਂਦੇ ਹੋ। ਦੱਸੋ ਤੁਹਾਡੇ ਘਰ ਵਿੱਚ ਫਿਰ ਕਿਵੇਂ ਬੱਚੇ ਸਹੀ ਰਸਤੇ ਤੇ ਤੁਰਨ? ਫਿਰ ਜਿਹੜੇ ਮਰਜ਼ੀ ਬਾਬਿਆਂ ਕੋਲ ਘੁੰਮੀ ਜਾਓ, ਤੁਹਾਡੇ ਬੱਚੇ ਨਹੀਂ ਕੋਈ ਸਹੀ ਕਰ ਸਕਦਾ। ਉਹ ਦੋਵੇਂ ਭਰਾਵਾਂ ਨੂੰ 22 ਕਿੱਲੇ ਜ਼ਮੀਨ ਪਾਤਸ਼ਾਹ ਨੇ ਕਿਰਪਾ ਕੀਤੀ। ਇੱਕ ਭਰਾ ਦਾ ਮਨ ਬਣਿਆ, ਉਹਨੇ ਅੰਮ੍ਰਿਤ ਛਕਣਾ ਸੀ, ਉਹਦੇ ਘਰ ਵਾਲੀ ਨੇ ਵੀ ਛਕਣਾ ਸੀ। ਛੋਟਾ ਜਿਹਾ ਬੱਚਾ 8ਵੀਂ ਕਲਾਸ 'ਚ ਪੜ੍ਹਦਾ, ਗੱਲ ਸੁਣਨ ਵਾਲੀ ਹੈ। ਉਹਨੂੰ ਵੀ ਉਹਨੇ ਬੱਚੇ ਨੂੰ ਤਿਆਰ ਕਰ ਲਿਆ। ਸ਼ਾਮਾਂ ਨੂੰ ਉਹ ਬੱਚੇ ਦੇ ਕਕਾਰ ਪਾਤੇ, ਸ੍ਰੀ ਸਭ ਕਿਰਪਾਨ ਉੱਪਰ ਜੀ ਪਾਤੀ। ਬੱਚਿਆਂ ਨੂੰ ਬੜਾ ਸ਼ੌਕ ਹੁੰਦਾ ਹੈ, 6ਵੀਂ 7ਵੀਂ 8ਵੀਂ ਦਾ ਉਹ ਛੋਟਾ ਜਿਹਾ ਬੱਚਾ ਹੈ, ਉਹ ਕਿਰਪਾਨ ਪਾ ਕੇ ਬਾਹਰ ਬੱਚਿਆਂ 'ਚ ਖੇਡਣ ਚਲਾ ਗਿਆ। ਨਾਲ ਦਾ ਤਾਏ ਦਾ ਲੜਕਾ ਪੁੱਛਦਾ, ਉਹ ਵੀ ਉੱਡਾ ਗਈ ਹੈ, 8ਵੀਂ ਪੜ੍ਹਦਾ। ਉਹ ਕਹਿੰਦਾ ਅਮਨ ਇਹ ਕੀ ਪਾਇਆ? ਕਹਿੰਦਾ ਇਹ ਕਿਰਪਾਨ ਹੈ। ਕਿਉਂ ਪਾਈ ਹੈ? ਕਹਿੰਦਾ ਅਸੀਂ ਅੰਮ੍ਰਿਤ ਛਕਣਾ ਕੱਲ ਨੂੰ, ਜਿਹੜਾ ਅੰਮ੍ਰਿਤ ਛਕਦਾ ਨਾ ਉਹਨੂੰ ਆ ਕਿਰਪਾਨ ਮਿਲਦੀ ਹੈ। ਉਹ ਛੋਟੀ ਜਿਹੀ ਕਿਰਪਾਨ ਪਾਈ, ਬੱਚਿਆਂ ਨੂੰ ਬੜੀ ਪਿਆਰੀ ਲੱਗੇ। ਉਹਨੇ ਕਿਹਾ ਮੈਂ ਵੀ ਅੰਮ੍ਰਿਤ ਛਕਣਾ। ਕਹਿੰਦਾ ਤੂੰ ਵੀ ਆਪਣੇ ਮੰਮੀ ਪਾਪਾ ਨੂੰ ਕਹਿ। ਉਹਨੇ ਘਰ ਜਾ ਕੇ ਆਪਣੇ ਮੰਮੀ ਪਾਪਾ ਨੂੰ ਕਿਹਾ, ਕਹਿੰਦਾ ਅਮਨ ਅੰਮ੍ਰਿਤ ਛਕਣ ਲੱਗਾ। ਉਹਦੇ ਮੰਮੀ ਪਾਪਾ ਨੇ ਵੀ ਕੱਲ ਛਕਣਾ, ਚਾਚਾ ਚਾਚੀ ਵੀ ਛਕਣ ਲੱਗੇ ਨੇ, ਪਾਪਾ ਮੈਂ ਵੀ ਅੰਮ੍ਰਿਤ ਛਕਣਾ। ਹੁਣ ਪਿਓ ਨੇ ਆਪਣੀ ਮੌਜ ਵਾਸਤੇ, ਕਿਉਂਕਿ ਗਲਤੀਆਂ ਸਾਡੀਆਂ ਨਾ, ਜੇ ਬੱਚਿਆਂ ਨੇ ਛਕ ਲਿਆ ਸਾਨੂੰ ਵੀ ਰੋਕਣਗੇ। ਉਹ ਪਿਓ ਨੇ ਤਾਂ ਰੋਜ਼ ਸ਼ਰਾਬ ਪੀਣੀ ਹੈ, 22 ਕਿੱਲੇ ਜ਼ਮੀਨ ਹੈ, ਕਰੋੜਾਂ ਦੀ ਹੋ ਗਈ। ਉਹਨੇ ਥੱਪੜ ਮਾਰ ਕੇ ਆਪਣੇ ਬੱਚੇ ਨੂੰ ਚੁੱਪ ਕਰਾਇਆ। ਕਹਿੰਦਾ ਬਹਿ ਜਾ ਆਰਾਮ ਨਾਲ, ਤੂੰ ਬਾਬਾ ਬਣਨਾ, ਉਹਨੀ ਤਾਂ ਬਾਬੇ ਬਣਨਾ ਹੋਊਗਾ। ਜਿਹੜੇ ਬੱਚੇ ਗੁਰਦੁਆਰੇ ਜਾਣ ਲੱਗ ਪੈਣ ਉਹਨਾਂ ਨੂੰ ਕਹਿੰਦੇ ਖਰੇ ਇਹਨੇ ਬਾਬਾ ਬਣਨਾ। ਭਾਈ ਜਿੱਦਣ ਕੰਮ ਮੜ ਜਾਂਦੇ ਉਦਣ ਬਾਬਿਆਂ ਕੋਲੋਂ ਗੁਰਦੁਆਰੇ ਅਰਦਾਸ ਕਰਾਉਨੇ ਤੁਸੀਂ। ਉਹ ਇਸ ਯੁੱਗ ਜ਼ਮਾਨੇ 'ਚ ਤੁਹਾਡੇ ਬੱਚੇ ਬਾਬੇ ਬਣ ਜਾਣ, ਚੰਗੀ ਗੱਲ ਹੈ। ਬਾਬੇ ਦਾ ਅਰਥ ਹੁੰਦਾ ਸਿਆਣਾ। ਜ਼ਰੂਰੀ ਨਹੀਂ ਤੁਸੀਂ ਗ੍ਰੰਥੀ ਕੀਰਤਨੀਆਂ ਬਣਾਉਣਾ, ਉਹਨੂੰ ਗੁਰੂ ਦਾ ਸਿੱਖ ਤਾਂ ਬਣਾ ਲਈਏ। ਉਹ ਬਾਬਾ ਕੋਈ ਭਾਗਾਂ ਵਾਲਾ ਬਣਦਾ ਜਿਹਨੂੰ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬੂੜਿਆ ਤੂੰ ਬੁੱਢਿਆਂ ਵਾਲੀਆਂ ਗੱਲਾਂ ਕਰਦਾ। 125 ਸਾਲ ਦੀ ਉਮਰ ਤੱਕ ਦੁਨੀਆ ਬਾਬਾ ਕਹਿੰਦੀ ਰਹੀ, ਅੱਜ ਕੁੱਲ ਦੁਨੀਆ ਕਹਿੰਦੀ ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਆਪਣੇ ਬੱਚਿਆਂ ਨੂੰ ਚੰਗੇ ਪਾਸੇ ਲਾਈਏ। ਪਿਓ ਨੇ ਥੱਪੜ ਮਾਰਿਆ, ਰਹਿਣ ਦੇ ਆਪਾਂ ਨਹੀਂ ਛਕਣਾ, ਉਹਨੀ ਤਾਂ ਬਾਬੇ ਬਣਨਾ ਹੋਊਗਾ, ਤੂੰ ਬਾਬਾ ਬਣਨਾ। ਬੱਚਾ ਸੀ ਵਿਚਾਰਾ ਚੁੱਪ ਕਰ ਗਿਆ। ਸਵੇਰੇ ਉਹਦੇ ਚਾਚੇ ਦਾ ਲੜਕਾ ਕਿਸੇ ਇਸ਼ਨਾਨ ਕਰਕੇ ਕਕਾਰ ਪਾ ਕੇ ਜਦੋਂ ਅੰਮ੍ਰਿਤ ਛਕਣ ਜਾਣਾ ਸੀ, ਮਾਮਾ ਬੱਚਿਆਂ ਨੂੰ ਪਹਿਲਾਂ ਤਿਆਰ ਕਰ ਦਿੰਦੀਆਂ ਨੇ। ਬੱਚੇ ਨੂੰ ਪਹਿਲਾਂ ਤਿਆਰ ਕਰਤਾ, ਆਪ ਬਾਅਦ ਵਿੱਚ ਹੋਣ ਲੱਗ ਪਿਆ। ਉਹ ਬੱਚਾ ਭੱਜ ਕੇ ਤਾਏ ਦੇ ਘਰ ਵੜ ਗਿਆ। ਉਹਨੇ ਜਾ ਕੇ ਆਪਣੇ ਤਾਏ ਦੇ ਘਰ ਉਸੇ ਲੜਕੇ ਨੂੰ, ਤਾਏ ਦੇ ਲੜਕੇ ਨੂੰ ਕਿਹਾ, ਹੈਪੀ ਕਿੱਦਾਂ ਤੂੰ ਅੰਮ੍ਰਿਤ ਛਕਣਾ ਨਹੀਂ? ਫਿਰ ਉਹ ਬੱਚਾ ਫਿਰ ਜਿੱਦ ਲੱਗ ਪਿਆ। ਮੰਮੀ ਪਾਪਾ ਨੂੰ ਕਹਿੰਦਾ ਮੈਂ ਵੀ ਅੰਮ੍ਰਿਤ ਛਕਣਾ। ਅਮਨ ਨੇ ਦੇਖੋ ਅੰਮ੍ਰਿਤ ਛਕਣ ਚੱਲਾ, ਮੈਂ ਵੀ ਕਿਰਪਾਨ ਪਾਉਣੀ ਹੈ, ਮੈਂ ਵੀ ਅੰਮ੍ਰਿਤ ਛਕਣਾ। ਅੰਦਰੋਂ ਉਹਦਾ ਪਿਓ ਨਿਕਲਿਆ, ਗੁੱਸੇ ਥੱਪੜ ਮਾਰਿਆ, ਰੋਂਦੇ ਬੱਚੇ ਨੂੰ ਖਿੱਚ ਕੇ ਕਮਰੇ 'ਚ ਕਰਕੇ ਬਾਹਰੋਂ ਕੁੰਡੀ ਲਾਤੀ। ਕਹਿੰਦਾ ਬਹਿ ਜਾ ਆਰਾਮ ਨਾਲ, ਬਾਬਾ ਬਣਨਾ, ਚੱਲੋ ਤੂੰ ਭੱਜ ਜਾ। ਆਪਣੇ ਭਰਾ ਦੇ ਬੱਚੇ ਨੂੰ ਦਬਕਾ ਮਾਰ ਕੇ ਭਜਾਤਾ। ਕਹਿੰਦਾ ਜਾਓ ਤੁਸੀਂ ਛਕ ਲਓ। ਹੁਣ ਉਹ ਪਰਿਵਾਰ ਨੇ ਅੰਮ੍ਰਿਤ ਛਕ ਲਿਆ, ਉਹਨੇ ਆਪਣੇ ਬੱਚੇ ਨੂੰ ਰੋਕ ਲਿਆ। ਕਹਾਣੀ ਸੁਣਿਓ ਕੀ ਵਰਤੀ ਹੈ। ਜਿਹਨੇ ਆਪਣੇ ਬੱਚੇ ਨੂੰ ਅੰਮ੍ਰਿਤ ਛਕਾਇਆ, ਰੋਜ਼ ਗੁਰਦੁਆਰੇ ਭੇਜਦਾ, ਸ਼ਾਮ ਨੂੰ ਬਾਬਾ ਜੀ ਨਾਲ ਸੁਖ ਆਸਣ ਕਰਾਉਂਦਾ, ਜਦੋਂ ਮਹਾਰਾਜ ਸਰੂਪ ਜਾਂਦਾ, ਮਗਰ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਉਹ ਬੱਚਾ ਸ਼ਬਦ ਵੀ ਪੜ੍ਹਦਾ। ਬਾਬਾ ਜੀ ਉਹ ਬੱਚੇ ਨੂੰ ਨਾਲ ਰੱਖਣ ਲੱਗ ਪਏ, ਵੱਡੇ ਹੋਏ ਸਮਾਗਮ ਕਰਾਉਣ ਲੱਗ ਪਏ, ਲੰਗਰ ਸੇਵਾ ਕਰਦਾ, ਸੋਹਣਾ ਦਮਾਲਾ ਸੋਹਣੀ ਦਸਤਾਰ ਬੰਨਣ ਲੱਗ ਪਿਆ। ਤੇ ਜਿਹੜੇ ਭਰਾ ਨੇ ਰੋਕਿਆ ਸੀ, ਉਹਦਾ ਬੱਚਾ 12ਵੀਂ ਤੱਕ ਵਿਗੜਦਾ ਥੋੜਾ ਜਿਹਾ ਵਿਗੜ ਗਿਆ। ਉਹਨੇ ਕਿਹਾ ਮੇਰੇ ਕੋਲ ਪੈਸਾ ਬੜਾ ਹੈ, ਜ਼ਮੀਨ ਬੜੀ ਹੈ, ਮੈਂ ਬੱਚੇ ਨੂੰ ਚੰਗੇ ਥਾਂ ਤੇ ਪੜਾਵਾਂਗਾ। ਪਿੰਡੋਂ ਹਟਾ ਕੇ ਚੰਡੀਗੜ੍ਹ ਹੋਸਟਲ ਵਿੱਚ ਛੱਡ ਦਿੱਤਾ। ਵਧੀਆ ਕਾਲਜ ਯੂਨੀਵਰਸਿਟੀ 'ਚ ਪੜ੍ਹਨਾ, ਹੋਸਟਲ ਵਿੱਚ ਲਾ ਦਿੱਤਾ। 4 ਸਾਲਾਂ ਬਾਅਦ ਉਹਨੂੰ ਪਤਾ ਲੱਗਾ ਕਿ 12ਵੀਂ ਕਲਾਸ ਤੋਂ ਬਾਅਦ ਜਦੋਂ 4 ਸਾਲ ਚੰਡੀਗੜ੍ਹ ਲਾਏ ਨਾ, 4 ਸਾਲਾਂ ਬਾਅਦ ਪਤਾ ਲੱਗਾ ਹੋਸਟਲ ਵਾਲਿਆਂ ਤੇ ਯੂਨੀਵਰਸਿਟੀ ਵਾਲਿਆਂ ਸੱਦ ਕੇ ਕਿਹਾ, ਸਰਦਾਰ ਜੀ ਤੁਹਾਡਾ ਲੜਕਾ ਚਿੱਟੇ ਦਾ ਨਸ਼ਾ ਕਰਦਾ, ਇਹਨੂੰ ਲੈ ਜਾਓ, ਇੱਥੇ
यूनिवर्सिटी में रिपोर्ट हो गई है, होस्टल वाले कढ़ दिता है, लड़के नूं वापस ले आया। पिंड च किहनूं दस्से वे लड़का नशे ते लग गया। शर्म की गल सी, लुको के रखिया घर विच, अपने कोल रखिया वे नहीं इनू अंदर रखना है, आपे नशा छुट जाएगा। जेड़ा माड़े पासे होवे जिधर भी होवे अपनी संगत लभ लैंदा है। 2 महीनों बाद उन्हें इलाके विच मुंडे लभ ही लए जिहड़े खांदे ने, फिर उन्हां नाल घुम्मण लग पिया। माँ प्यो तो परवाह हो गया, घर दे बुलट मोटरसाइकिल ते घुमदा है, हुण जिन्ने पैसे ले जांदा खर्च दिंदा है, विचों घरों चोरी भी करदा है, पैसिਆਂ ਨੂੰ ਜ਼ਮੀਨ ਨੂੰ ਵਾਢਾ ਲੱਗਣ ਲੱਗ ਪਿਆ। ਜਦੋਂ ਨਸ਼ਾ ਵੱਧ ਗਿਆ ਉਦੋਂ ਉਹਦੇ ਮਾਮਿਆਂ ਨੇ ਦੂਜਿਆਂ ਤੀਜਿਆਂ ਸਲਾਹ ਦਿੱਤੀ, ਇਹਨੂੰ ਨਸ਼ਾ ਛਡਾਊ ਕੇਂਦਰ 'ਚ ਛੱਡੋ। ਮੋਹਾਲੀ ਛੱਡ ਦਿੱਤਾ। 4-5 ਮਹੀਨੇ ਉਹਨੇ ਨਸ਼ਾ ਛਡਾਊ ਕੇਂਦਰ 'ਚ ਰੱਖਿਆ। ਹਜ਼ਾਰਾਂ ਰੁਪਈਆ ਸਰਦਾਰ ਜੀ ਨੇ ਦਿੱਤਾ। ਜ਼ਮੀਨ ਵਿਕਣੀ ਸ਼ੁਰੂ ਹੋ ਗਈ, घर का सुकून सुख खत्म हो गया। जेदा इक्को एक पुत नशियां ते लग जाए, माफ करियो ये सच है भाई, किसी का पुत नशे ते ना लगे। जेदा इक्को एक नशे ते लग जाए वो बंदा तुहानूं तुरिया ही नज़र आउंदा है, विच कुछ नहीं रहिंदा, अंदरों खाली हो जाता। जिवें जिहड़ी सेंक है ना वो दरखत नूं खा जाती विचों, इदां भाई बंदे नूं अंदरों दुख खा जाते हैं, बाहरों तुरिया ही दिसदा है। जिहदी औलाद नशे ते लग जाए उहदे विच नहीं प्यो दे कुछ रहिंदा। ਜਿਹੜੇ ਪਿਓ ਦੇ ਬਰਾਬਰ ਦਾ ਪੁੱਤ ਜਵਾਨ ਤੁਰਿਆ ਹੋਵੇ ਨਾ, ਕਬੱਡੀ ਖੇਡਦਾ ਹੋਵੇ, ਗੇਮਾਂ ਖੇਡਦਾ ਹੋਵੇ, ਜਵਾਨ ਪੁੱਤ ਨਾਲ ਹੋਵੇ, ਉਹ ਪਿਓ ਕਦੇ ਬੁੱਢਾ ਨਹੀਂ ਹੁੰਦਾ, ਉਹ ਪਿਓ ਦੀ ਉਮਰ ਵੀ ਵੱਧ ਜਾਂਦੀ ਹੈ, ਕਿਉਂ ਪੁੱਤ ਬਰਾਬਰ ਦਾ ਹੋ ਗਿਆ ਨਾਲ। ਜਿਹਦਾ ਪੁੱਤ ਨਸ਼ਿਆਂ ਤੇ ਲੱਗ ਜਾਏ ਉਹਦੇ ਵਿੱਚ ਨਹੀਂ ਕੁਝ ਰਹਿੰਦਾ, ਉਹ ਬੰਦਾ ਖੋਖਲਾ ਹੋ ਗਿਆ, ਅੰਦਰੋਂ ਜ਼ਮੀਨ ਵਿਕਣ ਲੱਗ ਪਈ, ਦੁਖੀ ਰਹਿਣ ਲੱਗ ਪਿਆ। ਤੇ ਜਿੱਥੇ ਨਸ਼ਾ ਛਡਾਊ ਕੇਂਦਰ 'ਚ ਛੱਡਿਆ ਉਹਨੇ 4 ਮਹੀਨੇ ਪੰਜੀ ਫੋਨ ਕਰਤਾ, ਕਹਿੰਦੇ ਸਰਦਾਰ ਜੀ ਨਸ਼ਾ ਛਡਾਊ ਕੇਂਦਰ ਤੋਂ ਬੋਲਦੇ ਆ, ਤੁਸੀਂ ਹੈਪੀ ਦੇ ਪਾਪਾ ਡੈਡੀ ਬੋਲਦੇ ਹੋ? ਕਹਿੰਦਾ ਹਾਂਜੀ। ਕਹਿੰਦੇ ਜੀ ਛੇਤੀ ਆਓ। ਡਰ ਗਿਆ, ਘਰੋਂ ਪੈਸੇ ਚੁੱਕੇ 20-30 ਹਜ਼ਾਰ ਰੁਪਈਆ ਘਰ ਵਾਲੀ ਤੋਂ ਲਿਆ, ਪਹੁੰਚ ਗਿਆ ਝੋਲਾ ਚੁੱਕ ਕੇ। ਜਦੋਂ ਪਹੁੰਚਿਆ ਉੱਥੇ ਨਸ਼ਾ ਛਡਾਊ ਕੇਂਦਰ ਤਾਂ ਮੈਨੇਜਰ ਨੇ ਬਿਠਾ ਲਿਆ, ਸਰਦਾਰ ਜੀ ਬਹਿ ਜਾਓ। ਪਹਿਲੀ ਗੱਲ ਤਾਂ ਇਹ ਹੈ ਜੋ ਤੁਹਾਡਾ ਪਿਛਲਾ ਬਕਾਇਆ ਪੈਸੇ ਰਹਿੰਦੇ ਨੇ ਜਮ੍ਹਾਂ ਕਰਾਓ। दूजी गल यह है असी तुहाडे हैप्पी नूं रख नहीं सकते इत्थे। क्यों जी? कहंदे ओहदा नशा छडाउणा औखा है, असी थोड़ा थोड़ा करके घट कीता है, पर वह कंधां 'च सिर मारदा है। अज तां उहने सवेर तो पागलपन शुरू किया होया है, उहनूं कल्ले नूं कमरे 'च बंद कीता है, वह कंधां 'च सिर मारदा है, लहू वगदा है, पागल हो गया। वो कहता मैनू नशा दे दो मैं मर जाऊंगा, मैनू नशा दे दो मैं मर जाऊंगा। अज असी नशा छडाऊ केंद्र मैनेजमेंट ने फैसला किया है ये लड़के नू वापस भेज दो, कल नू तुहाडा लड़का इत्थे मर गया, साडा तां ये सब कुछ जांदा लगना, इनू लै जाओ वापस। ते हुण अंदरों डरिया होया, बुल सुक्के होए, चेहरा इन्ना को होया, पुछदा कित्थे है? कहना जी वो कमरे 'च बंद कीता है। वो प्यो हुण सजे सजे कमरे वल गया, अंदर जाके वेख्या ताकी विचों अंदर ओदा हैप्पी लहू लुहान होया, इत्थे मत्थे ते चोट वजी है, लहू सुक्या होया, वो अंदर तड़फदा पसीने नाल भज्जिया, रौला पाउंदा मैनू कोई नशा दे दिओ, मैं मर जाऊंगा, मैनू नशा दे दिओ, ओए मैं मर जाऊंगा, मैनू नशा दे दिओ। जदों प्यो ने ताकी चों पुत्त दी हालत वेखी, भुब्ब निकल गई, ताहां निकल गईयां। इस हालत विच पुत्त नूं वेखिया, रोण लग पिया। अंदरों पुत्त ने भी वेख लिया भी ताकी च बापू खड़ा, आके प्यो दे हथ घुट के रौला पाउंदा है, सरिये पकड़े हुए ताकि बापू मैनू नशा दे दे मैं मर जाना है, बापू मैनू नशा दवा दे मैं मर जाना है। तड़फ रहा सी, प्यो दियां धाहां निकल रही सी। साध संगत उदों रोंदे होए पुत्त ने एक गल कही, बापू कुंडी खोल, दरवाजा खोल, मैनू नशा दे दे मैं मर जाना है। क्यों? वो आश्रम वालियां ने, वो केंद्र वालियां ने बाहरों बंद किया सी। बापू दरवाजा खोल, कुंडी खोल, मैनू नशा दे दे मैं मर जाना है। प्यो रो रहा सी, रोंदे रोंदे उस नशेड़ी पुत्त ने एक गल कही जिहड़ी प्यो दे सीने विच आरे वांग फिर गई। पता की बोलिया? कहना बापू हुण तां कुंडी खोल दे, मैनू नशा दे दे मैं मर जाना है। बापू हुण तां दरवाजा खोल, ओ जे तू उदण थप्पड़ मार के मैनू कुंडी ना लाउंदा, अमृत छकण तो ना रोकदा, अज मेरी आ हालत नहीं सी होनी। कुंडी तू लाई, अज नशे वाली कुंडी तां लगी है। साध संगत किते ना किते असीं दोषी हां बच्चों दे, बच्चों दा कसूर नहीं है। किते ना किते मन च सोचियो दोष साडा है।
ਫਿਰ ਆਪਾਂ ਇੰਨੇ ਅਕਲ ਵਾਲੇ ਨਹੀਂ ਕਿ ਆਪਣੀ ਔਲਾਦ ਬਚਾ ਸਕੀਏ। ਅੱਜ ਗੁਰੂ ਅਮਰਦਾਸ ਮਹਾਰਾਜ ਨੂੰ ਕਹਿ ਕੇ ਜਾਇਓ, ਪਾਤਸ਼ਾਹ ਤੁਹਾਡਾ ਪ੍ਰਕਾਸ਼ ਪੁਰਬ ਤੁਹਾਡੇ ਅਸਥਾਨ ਤੇ ਮਨਾ ਰਹੇ ਆ। ਹੇ ਗੁਰੂ ਅਮਰਦਾਸ ਮਹਾਰਾਜ, ਸਾਡੇ ਤੇ ਸਾਡੇ ਬੱਚਿਆਂ ਦੇ ਸਿਰ ਤੇ ਹੱਥ ਰੱਖੋ। ਮੇਰਾ ਵਿਸ਼ਵਾਸ ਹੈ ਬੰਦੇ ਦੀ ਦਿੱਤੀ ਅਕਲ ਨਾਲ ਬੰਦਾ ਬਣੇ ਨਾ ਬਣੇ, ਗੁਰੂ ਦੀ ਦਿੱਤੀ ਮੱਤ ਨਾਲ ਇਹ ਬੰਦਾ ਦੇਵਤਾ ਬਣ ਜਾਂਦਾ ਹੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲੱਗੀ ਬਾਹਰ। ਜੇ ਗੁਰੂ ਕਿਰਪਾ ਕਰਦਾ ਬੰਦੇ ਤੋਂ ਬੰਦਾ ਦੇਵਤਾ ਬਣ ਜਾਂਦਾ। ਸਾਡੀ ਅਕਲ ਨਾਲ ਬੰਦੇ ਨਹੀਂ ਬਣਨਾ। ਆਓ ਗੁਰੂ ਦੇ ਕੋਲੋਂ ਅਕਲ ਮੰਗੀਏ, ਕਿਉਂਕਿ ਅਕਲ ਸਾਡੀ ਥੋੜੀ ਹੈ। ਕੋਈ ਬੰਦਾ ਪਰਫੈਕਟ ਨਹੀਂ ਹੈ ਜੀ, ਸਾਰੀ ਦੁਨੀਆ ਇੰਪਰਫੈਕਟ ਹੈ। ਕੋਈ ਨਾ ਕੋਈ ਘਾਟ, ਕੋਈ ਔਗਣ ਸਾਰਿਆਂ ਵਿੱਚ ਹੈ। ਜੇ ਕੋਈ ਪਰਫੈਕਟ ਹੈ ਉਹ ਸਿਰਫ ਦੋ ਜਣੇ ਨੇ, ਇੱਕ ਗੁਰੂ, ਇੱਕ ਅਕਾਲ ਪੁਰਖ ਰੱਬ। ਆਓ ਫਿਰ ਪੂਰੇ ਗੁਰੂ ਨੂੰ ਆਪਾਂ ਕਹੀਏ, ਪਾਤਸ਼ਾਹ ਸਾਨੂੰ ਤੇ ਸਾਡੇ ਬੱਚਿਆਂ ਨੂੰ ਅਕਲ ਦਿਓ। ਇੱਕ ਵਾਰ ਸਾਰੇ ਮੰਗੀਏ। ਤੁਸੀਂ ਜਪਜੀ ਸਾਹਿਬ 'ਚ 2 ਵਾਰ ਪੜ੍ਹਦੇ ਹੋ, ਉਹ ਗੁਰੂ ਕੋਲੋਂ ਅਕਲ ਮੰਗੀ ਦੀ ਹੈ। ਕੀ ਕਹੀਦਾ? ਹੇ ਸਤਿਗੁਰੂ ਮੈਨੂੰ ਇੱਕ ਅਕਲ ਦਿਓ, ਮੈਨੂੰ ਇੱਕ ਅਕਲ ਦਿਓ, ਮੈਨੂੰ ਤੁਹਾਡਾ ਨਾਮ ਨਾ ਭੁੱਲੇ। ਲਿਖਿਆ ਹੋਇਆ ਆ, ਪੜ੍ਹੋ ਤੁਹਾਨੂੰ ਯਾਦ ਆ ਜਾਣਾ। ਸਿੱਧਾ ਕਹੀਦਾ ਗੁਰਾ ਹੇ ਸਤਿਗੁਰੂ। ਇਹਦੇ ਅਰਥ ਇਹ ਨੇ, ਗੁਰਾ ਇੱਕ ਦੇ ਬੁਝਾਈ। ਬੁਝਾਈ ਦਾ ਅਰਥ ਅਕਲ, ਬੁਝਾਈ ਦਾ ਅਰਥ ਅਕਲ। ਪਾਤਸ਼ਾਹ ਇੱਕ ਅਕਲ ਦਿਓ। ਆਓ ਮੰਗੀਏ ਫਿਰ ਆਪਣੇ ਲਈ, ਆਪਣੇ ਬੱਚਿਆਂ ਲਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ। ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝਾਈ, ਗੁਰਾ ਇੱਕ ਦੇ ਬੁਝ ਗੁਰਾ ਇੱਕ, ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ, ਸਭਨਾ ਗੱਜ ਕੇ ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ, ਸਭਨਾ ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ, ਸੋ ਮੈਂ ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ, ਗੁਰਾ ਇੱਕ ਦੇਹ ਬੁਝਾਈ, ਗੁਰਾ। ਗੁਰੂ ਦੇ ਕੋਲੋਂ ਅਕਲ ਮੰਗਣੀ ਹੈ, ਕਿਉਂਕਿ ਸਾਡੀ ਅਕਲ ਪੂਰੀ ਨਹੀਂ ਹੈ ਭਾਈ, ਆਪਾਂ ਅਧੂਰੇ ਆ। ਵੱਡੇ ਵੱਡੇ ਲਤੀਫ ਬੁੱਧੀ ਦੇ ਮਾਲਕ ਬੰਦਿਆਂ ਕੋਲੋਂ ਵੱਡੀਆਂ ਵੱਡੀਆਂ ਗਲਤੀਆਂ ਹੋ ਜਾਂਦੀਆਂ। ਇਸ ਲਈ ਆਪਾਂ ਗੁਰੂ ਕੋਲੋਂ ਆਪਣੇ ਵਾਸਤੇ, ਆਪਣੇ ਬੱਚਿਆਂ ਲਈ ਮੱਤ ਮੰਗਣੀ ਹੈ। ਫਿਰ ਸਾਧ ਸੰਗਤ ਯਾਦ ਰੱਖਿਓ, ਗੁਰੂ ਦੇ ਅੱਗੇ ਅਰਦਾਸ ਕਰਿਓ, ਪਾਤਸ਼ਾਹ ਸਾਨੂੰ ਮੱਤ ਦਿਓ, ਉਹ ਅਕਲ ਦਿਓ ਜਿਹੜੀ ਅਕਲ ਨਾਲ ਅਸੀਂ ਸਤਿਗੁਰੂ ਤੁਹਾਨੂੰ ਪਿਆਰ ਕਰ ਸਕੀਏ। ਜਦੋਂ ਪਿਆਰ ਕਰੋਗੇ ਨਾ ਗੁਰੂ ਨੂੰ, ਫਿਰ ਸਾਧ ਸੰਗਤ ਪਿਆਰ ਵਿੱਚ ਬੱਚਾ ਮਾਂ ਪਿਓ ਤੋਂ ਜੋ ਮੰਗ ਲਓ ਮਿਲ ਜਾਂਦਾ ਹੈ 5-4 ਮਿੰਟ ਬਸ। ਜਦੋਂ ਪਿਆਰ ਵਿੱਚ ਬੱਚਾ ਮੰਗਦਾ, ਕੋਈ ਮਾਂ ਪਿਓ ਨਾ ਕਰਦੇ, ਕੋਈ ਆਕੜ ਨਾਲ ਕਵੇ ਦੇ ਦਿਓ, ਦਿੰਦਾ ਕੋਈ? ਆਕੜ ਨਾਲ ਅਗਲਾ ਸਾਧ ਸੰਗਤ ਲੰਘਣ ਨਹੀਂ ਦਿੰਦਾ ਜਗ੍ਹਾ 'ਚ। ਪਿਆਰ ਨਾਲ ਜੋ ਮਰਜ਼ੀ ਛਡਾ ਲਓ। ਇਸ ਲਈ ਗੁਰੂ ਨੂੰ ਜਦੋਂ ਪਿਆਰ ਕਰਨ ਲੱਗ ਪਏ, ਤੁਹਾਨੂੰ ਕੋਈ ਚੀਜ਼ ਭਾਰੀ ਨਹੀਂ ਲੱਗਣੀ। ਅੱਜ ਬੰਦੇ ਕਹਿੰਦੇ ਅੰਮ੍ਰਿਤ ਵੇਲੇ ਉੱਠਣਾ ਜੀ ਬਹੁਤ ਔਖਾ ਹੈ, ਅੰਮ੍ਰਿਤ ਛਕਣਾ ਬਹੁਤ ਔਖਾ ਹੈ, ਬਾਣੀ ਪੜ੍ਹਨੀ ਔਖੀ ਹੈ। ਔਖਾ ਹੈ ਕੰਮ, ਪਰ ਇਹਦੇ ਵਿੱਚ ਫਾਇਦਾ ਵੀ ਬਹੁਤ ਹੁੰਦਾ ਹੈ।
ਕਦੇ ਤੁਸੀਂ ਵੇਖਿਓ ਦੁਕਾਨਦਾਰ ਕੋਲ 5-5 ਘੰਟੇ ਗ੍ਰਾਹਕ ਨਹੀਂ ਆਉਂਦਾ, ਪਰ ਤੁਹਾਡੀ ਕੀ ਸਲਾਹ ਵੀ ਦੁਕਾਨਦਾਰ ਸ਼ਟਰ ਸੁੱਟ ਕੇ ਚੱਲ ਜਾਂਦਾ। 5 ਘੰਟੇ ਗ੍ਰਾਹਕ ਨਹੀਂ ਆਉਂਦਾ, ਦੁਕਾਨਦਾਰ ਦੁਕਾਨ ਬੰਦ ਕਰ ਜਾਂਦਾ। ਇਦਾਂ ਥੋੜੇ ਸਾਲ ਜਦੋਂ ਗੁਰੂ ਦੇ ਪਿਆਰ ਵਿੱਚ ਤੁਰੋਗੇ, ਬਾਣੀ ਪੜੋਗੇ, ਬਹਿਣਾ ਔਖਾ ਹੈ, ਅਵਾਸੀਆਂ ਆਉਣਗੀਆਂ, ਨੀਂਦ ਆਏਗੀ, ਗੋਡੇ ਦਰਦ ਕਰਨਗੇ, ਪਰ ਗੁਰੂ ਦਾ ਲੜ ਨਾ ਛੱਡਿਓ, ਗੁਰੂ ਦਾ ਨਿਤਨੇਮ ਬਾਣੀ ਪਿਆਰ ਨਾ ਛੱਡਿਓ, ਫਿਰ ਗੁਰੂ ਕੋਲੋਂ ਜੋ ਮੰਗ ਲਓਗੇ ਉਹ ਮਿਲਦਾ ਹੈ। ਇੱਕ ਬੱਚੀ ਨੇ, ਛੋਟਾ ਜਿਹਾ ਬੱਚਾ ਗੋਦੀ 'ਚ ਚੁੱਕਿਆ ਹੋਇਆ, ਕਾਲੀ ਨਾਲ ਪਹਾੜੀ ਚੜ੍ਹੇ, ਮੋਰੇ ਇੱਕ ਸਾਧੂ ਬੈਠਾ ਸੀ, ਉਹ ਆਰਾਮ ਕਰ ਰਿਹਾ ਸੀ, ਥੱਕ ਗਿਆ। ਉਹ ਸਾਧੂ ਨੇ ਲੜਕੀ ਨੂੰ ਰੋਕ ਕੇ ਕਿਹਾ, ਬੇਟਾ ਗੱਲ ਸੁਣ, ਮੈਂ ਥੋੜਾ ਜਿਹਾ ਚੱਲ ਕੇ ਥੱਕ ਗਿਆ, ਨਾਲੇ ਮੇਰੇ ਕੋਲ ਕੋਈ ਭਾਰ ਨਹੀਂ ਹੈ ਬਹੁਤਾ, ਆ ਤੂੰ ਭਾਰਾ ਬੱਚਾ ਵੀ ਚੁੱਕਿਆ ਹੋਇਆ ਗੋਦੀ 'ਚ, ਤੂੰ ਦਵਾ ਦਾ ਭੱਜ ਕੇ ਪਹਾੜੀ ਚੜੀ ਜਾਂਦੀ ਹੈ, ਤੈਨੂੰ ਥਕਾਵਟ ਨਹੀਂ ਹੁੰਦੀ, ਤੈਨੂੰ ਭਾਰ ਨਹੀਂ ਲੱਗਦਾ? ਉਹ ਬੱਚੀ ਨੇ ਜਵਾਬ ਬੜਾ ਪਿਆਰਾ ਦਿੱਤਾ, ਕਹਿੰਦੀ ਸੰਤ ਜੀ, ਬਾਬਾ ਜੀ, ਤੁਸੀਂ ਨਾ ਭਾਰ ਚੁੱਕਿਆ ਹੋਇਆ ਜਿਹੜਾ ਥੋੜਾ ਬਹੁਤਾ ਤੁਹਾਡੇ ਕੋਲ ਹੈ, ਆ ਚਾਦਰ ਛਤਰੀ ਜੋ ਤੁਸੀਂ ਭਾਰ ਚੁੱਕਿਆ, ਤੁਹਾਨੂੰ ਭਾਰ ਲੱਗਾ, ਤੁਸੀਂ ਬਹਿ ਗਏ। ਕਹਿੰਦਾ ਮੇਰੇ ਕੋਲ ਤਾਂ 5-7 ਕਿਲੋ ਮਸੀਂ ਹੋਣਾ ਭਾਰ, ਆ ਬੱਚਾ ਤਾਂ ਤੂੰ 20-22 ਕਿਲੋ ਦਾ ਚੱਕਿਆ ਹੋਇਆ, ਤੈਨੂੰ ਭਾਰ ਕਿਉਂ ਨਹੀਂ ਲੱਗਾ? ਉਹ ਲੜਕੀ ਨੇ ਜਵਾਬ ਦਿੱਤਾ, ਸੰਤ ਜੀ, ਤੁਸੀਂ ਭਾਰ ਚੁੱਕਿਆ ਹੋਇਆ ਤਾਂ ਤੁਹਾਨੂੰ ਭਾਰ ਲੱਗਦਾ, ਮੈਂ ਭਾਰ ਨਹੀਂ ਚੁੱਕਿਆ, ਮੈਂ ਭਰਾ ਚੁੱਕਿਆ ਹੋਇਆ। ਭਰਾਵਾਂ ਦਾ ਭੈਣਾਂ ਨੂੰ ਭਾਰ ਨਹੀਂ ਹੁੰਦਾ, ਕਿਉਂਕਿ ਭਰਾ ਪਿਆਰ ਨਾਲ ਚੁੱਕਿਆ ਹੋਇਆ ਹੈ। ਜਿਹਨੂੰ ਪਿਆਰ ਨਾਲ ਚੁੱਕਿਆ ਹੋਵੇ ਉਹਦਾ ਭਾਰ ਨਹੀਂ ਹੁੰਦਾ। ਜਿੱਦਣ ਗੁਰੂ ਨਾਲ ਪਿਆਰ ਕਰਨ ਲੱਗ ਜਾਓਗੇ, ਤੁਹਾਨੂੰ ਬਾਣੀ ਪੜ੍ਹਨੀ ਭਾਰ ਨਹੀਂ ਲੱਗੇਗਾ, ਗੁਰੂ ਵਾਲੇ ਬਣਨਾ ਭਾਰਾ ਔਖਾ ਨਹੀਂ ਲੱਗੇਗਾ, ਬਸ ਲੋੜ ਪਿਆਰ ਦੀ ਹੈ। ਆਪਾਂ ਗੁਰੂ ਨੂੰ ਪਿਆਰ ਕਰਨ ਲੱਗ ਜਾਈਏ। ਬਾਣੀ ਪੜੋ, ਨਾਮ ਜਪੋ, ਵਹਿਮਾਂ ਭਰਮਾਂ ਤੋਂ ਬਚੋ। ਗੁਰੂ ਦਾ ਇਹ ਸਾਧ ਸੰਗਤ ਤੁਹਾਡੇ ਨਾਲ ਵਾਅਦਾ ਹੈ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਭੰਗੰ ਭੂਤੇ। ਜਿਹੜੇ ਗੁਰੂ ਦਾ ਪੁਰਬ ਮਨਾ ਰਹੇ ਹੋ, ਉਹਨੇ ਵਾਅਦਾ ਕੀਤਾ ਹੈ, ਹਰ ਗੁਰੂ ਘਰ ਵਿੱਚ 2 ਵਾਰ ਪੜਿਆ ਜਾਂਦਾ ਹੈ, ਸਾਚੇ ਸਾਹਿਬ ਕਿਆ ਨਹੀਂ ਕਰ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ। ਉਹਦੇ ਘਰ ਵਿੱਚ ਸਭ ਕੁਝ ਹੈ। ਜੇ ਸਾਨੂੰ ਮਿਲ ਨਹੀਂ ਰਿਹਾ, ਇਹਦਾ ਮਤਲਬ ਕਮੀ ਕਿਹਦੇ 'ਚ ਹੈ? ਸਾਡੇ 'ਚ। ਕਿਉਂਕਿ ਇੱਕ ਹੱਥ ਵਿੱਚ ਕੜਾ ਵੀ ਪਾਇਆ ਗੁਰੂ ਦਾ, ਦੂਜੇ ਹੱਥ ਵਿੱਚ ਕਿਸੇ ਦਾ ਤਵੀਤ ਵੀ ਬੰਨਿਆ ਹੋਇਆ। ਇੱਕ ਹੱਥ ਵਿੱਚ ਕੜਾ ਵੀ ਪਾਇਆ ਗੁਰੂ ਦਾ, ਦੂਜਾ ਹੱਥ ਕਿਸੇ ਨੂੰ ਵਿਖਾ ਕੇ ਵੀ ਆਏ ਹੋ, ਆ ਮੜ ਜੇ ਹੱਥ ਵੇਖਿਓ ਜੀ, ਕੰਮ ਨਹੀਂ ਬਣਦੇ। ਫਿਰ ਗੁਰੂ ਕੀ ਕਰੇ ਭਾਈ? ਇੱਕ ਤੇ ਵਿਸ਼ਵਾਸ, ਨਾਮ ਜਪੋ। ਪਾਤਸ਼ਾਹ ਨੇ ਲਿਖ ਕੇ ਦਿੱਤਾ, ਸਾਰੇ ਸੁੱਖ ਤੇ ਸੋਭਾ ਨਾਮ ਵਿੱਚ ਹੈ। ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ, ਉੱਥੇ ਹੀ ਸਮਾਪਤ ਕਰੀਏ। ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਬਿਨ ਨਾਵੈ ਸ਼ੋਭ ਨ ਹੋਏ। ਇਹ ਮਾਇਆ ਕੀ ਸੋਭਾ 4 ਦਿਹਾੜੇ, ਜਾਂਦੀ ਬਿਲਮ ਨ ਹੋਏ।